ਅਸੀਂ 45ਵੇਂ ਭਾਵ ਦੇ ਵਿੱਚ ਸੀ ਔਰ 45ਵੇਂ ਭਾਵ ਦੇ ਵਿੱਚ ਅਸੀਂ ਜਿਹੜਾ ਕੱਲ ਹਿੱਸਾ ਦੇਖਿਆ ਸੀ ਉਹ ਇਹ ਦੇਖਿਆ ਸੀ ਕਿ ਜਿਸਲੇ ਯੂਸਫ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਇਹ ਤੁਸੀਂ ਨਹੀਂ ਇਹ ਪ੍ਰਭੂ ਸੀ, ਇਹ ਤੁਸੀਂ ਨਹੀਂ ਇਹ ਪ੍ਰਭੂ ਸੀ। ਅਸੀਂ ਯੂਸਫ ਦੇ ਦੋ ਰੂਪ ਉੱਥੇ ਦੇਖਦੇ ਪਏ ਹਾਂ। ਸਭ ਤੋਂ ਪਹਿਲਾਂ ਜਿਸਲੇ 44ਵੇਂ ਭਾਵ ਦੇ ਵਿੱਚ ਭਰਾ ਆਪਣੀ ਕਹਾਣੀ ਸੁਣਾਉਂਦੇ ਪਏ ਆ ਔਰ ਉਹ ਦੱਸਦੇ ਪਏ ਕਿ ਸਾਡਾ ਇੱਕ ਭਰਾ ਮਰ ਗਿਆ ਔਰ ਜੇ ਹੁਣ ਦੂਸਰੇ ਨੂੰ ਅਸੀਂ ਘਰ ਨਾ ਲੈ ਕੇ ਗਏ ਇਸ ਦਾ ਸਾਡੇ ਬਾਪ ਤੇ ਇਸ ਦਾ ਅਸਰ ਪੈਣਾ। ਇਹਦੇ ਨਾਲੋਂ ਉਹ ਕਹਿ ਰਹੇ ਕਿ ਉਹਨਾਂ ਵਿੱਚੋਂ ਇੱਕ ਜਿਹੜਾ ਹੈਗਾ ਆ ਅਸੀਂ ਯਹੂਦਾ ਕਹਿ ਰਿਹਾ ਕਿ ਮੈਨੂੰ ਤੁਸੀਂ ਆਪਣਾ ਗੁਲਾਮ ਬਣਾ ਲਓ, ਇਹਨੂੰ ਜਾਣ ਦਿਓ। ਔਰ ਜਿਸਲੇ ਉਸਨੇ ਇਹ ਉਹਨਾਂ ਦਾ ਸੁਣਿਆ ਔਰ ਜਿਸਲੇ ਉਸਨੇ ਇਹ ਸੁਣਿਆ ਕਿ ਸਾਡਾ ਇੱਕ ਭਰਾ ਮਰ ਗਿਆ ਤੇ ਫਿਰ ਉਸਨੇ ਉੱਚੀ ਦਾਣੀ ਪੁਕਾਰ ਕੇ ਗੁੱਸੇ ਦੇ ਨਾਲ ਇਹ ਚੀਜ਼ ਕਹੀ ਕਿ ਮੈਂ ਯੂਸਫ ਹਾਂ, ਮੈਂ ਜਿਉਂਦਾ ਹਾਂ, ਮੇਰਾ ਪਿਓ ਜਿਉਂਦਾ ਕਿ ਨਹੀਂ ਜਿਉਂਦਾ, ਮੈਨੂੰ ਇਹ ਚੀਜ਼ ਦੱਸੋ। ਜਾਣੀ ਕਿ ਉਹਨਾਂ ਦੀ ਕਿਸੇ ਦੀ ਗੱਲ ਦੇ ਵਿੱਚ ਉਸਨੂੰ ਕੋਈ ਯਕੀਨ ਨਹੀਂ ਹੈਗਾ, ਇਸ ਕਰਕੇ ਉਸਨੇ ਉਹਨਾਂ ਨੂੰ ਪੁੱਛਿਆ ਕਿ ਮੇਰਾ ਪਿਓ ਜਿਉਂਦਾ ਕਿ ਨਹੀਂ ਜਿਉਂਦਾ। ਤੇ ਉਹ ਹੱਕੇ ਬੱਕੇ ਉਸ ਵੇਲੇ ਰਹਿ ਗਏ, ਉਹਨਾਂ ਦੇ ਸਾਹ ਉਤਲੇ ਸਾਹ ਉੱਤੇ ਰਹਿ ਗਏ, ਥੱਲੇ ਥੱਲੇ ਰਹਿ ਗਏ ਕਿ ਇਹ ਕੀ ਹੋ ਗਿਆ। ਔਰ ਫਿਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ ਕਿ ਉਹਨਾਂ ਨੂੰ ਉਸਨੇ ਕਿਹਾ ਕਿ ਜਿਹੜਾ ਮਸੀਹ ਦੇ ਆਤਮਾ ਵਾਲਾ ਜਿਹੜਾ ਮਸੀਹ ਦਾ ਜਿਹੜਾ ਇੱਕ ਰੂਪ ਆ ਉਹ ਅਸੀਂ ਦਿਖਾਈ ਦੇ ਰਿਹਾ ਕਿ ਉਹ ਫਿਰ ਉਹਨਾਂ ਨੂੰ ਕਹਿ ਰਿਹਾ ਕਿ ਇਹ ਤੁਸੀਂ ਇਹ ਤੁਹਾਡੇ ਕਰਕੇ ਨਹੀਂ ਹੋਇਆ, ਇਹ ਪ੍ਰਭੂ ਨੇ ਇਹ ਹੋ ਲੈਣ ਦਿੱਤਾ ਮੇਰੇ ਨਾਲ। ਉਹ ਮੈਨੂੰ ਇੱਥੇ ਲੈ ਕੇ ਆਇਆ, ਉਸਨੇ ਮੈਨੂੰ ਘੱਲਿਆ, ਉਸਨੇ ਮੈਨੂੰ ਘੱਲਿਆ, ਉਸਨੇ ਮੈਨੂੰ ਘੱਲਿਆ, ਉਸਨੇ ਮੈਨੂੰ ਘੱਲਿਆ ਕਿ ਤੁਸੀਂ ਇਸ ਸਮੇਂ ਦੇ ਸੋਕੇ ਦੇ ਵਿੱਚ ਮਰੋ ਨਾ। ਉਸਨੇ ਮੈਨੂੰ ਘੱਲਿਆ ਤੇ ਮੈਂ ਬਾਕੀ ਦੇ ਦੁਨੀਆ ਦੇ ਬਾਕੀ ਦੇ ਲੋਕਾਂ ਦੀ ਜਾਨ ਦੀ ਰੱਖਿਆ। ਸੋ ਅਸੀਂ ਜਿਸ ਵੇਲੇ ਬਾਰ-ਬਾਰ ਇਸ ਚੀਜ਼ ਨੂੰ ਦੇਖਦੇ ਪਏ ਹਾਂ, ਬਾਰ-ਬਾਰ ਇਸ ਚੀਜ਼ ਨੂੰ ਦੇਖਦੇ ਪਏ ਤਾਂ ਸਾਨੂੰ ਉਹ ਮਸੀਹ ਦਾ ਜੋ ਮਸੀਹ ਦੇ ਲਈ ਜਿਹੜੇ ਸ਼ਬਦ ਗਾਂਹ ਜਾ ਕੇ ਵਰਤੇ ਜਾਣੇ ਆ, ਜੋ ਮਸੀਹ ਨੇ ਆਪਣੇ ਲਈ ਵਰਤਣੇ ਆ, ਸਾਨੂੰ ਉਹ ਸ਼ਬਦ ਉੱਥੇ ਦਿਖਾਈ ਦਿੰਦੇ। ਸੋ ਹੁਣ ਅਸੀਂ ਦੂਸਰੇ ਹਿੱਸੇ ਦੇ ਵਿੱਚ ਆ ਗਏ ਹਾਂ ਔਰ ਉਸ ਦੇ ਵਿੱਚ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਆ ਜਾਓ ਮੇਰੇ ਨਾਲ 9 ਆਇਤ ਤੋਂ ਲੈ ਕੇ, ਜਿਸ ਨੂੰ ਮਿਲ ਜਾਏ 9 ਆਇਤ ਤੋਂ ਲੈ ਕੇ ਅਸੀਂ ਹੁਣ ਇਸ ਦੀਆਂ 15 ਆਇਤ ਤੱਕ ਦੇਖਾਂਗੇ। 45ਵਾਂ ਭਾਵ। मैं पढ़ लें पास्टर जी? जी। ਹੁਣ ਤੁਸੀਂ ਛੇਤੀ ਕਰੋ ਅਤੇ ਮੇਰੇ ਪਿਤਾ ਕੋਲ ਜਾਓ ਅਤੇ ਦੱਸੋ ਤੁਹਾਡਾ ਪੁੱਤਰ ਇਹ ਕਹਿੰਦਾ ਹੈ ਪਰਮੇਸ਼ਰ ਨੇ ਮੈਨੂੰ ਸਾਰੇ ਮਿਸਰ ਦਾ ਹਾਕਮ ਬਣਾਇਆ ਹੈ ਤੇ ਹੁਣ ਤੁਸੀਂ ਮੇਰੇ ਕੋਲ ਤੁਰੰਤ ਆ ਜਾਵੋ। ਤੁਸੀਂ ਮੇਰੇ ਕੋਲ ਗੋਸ਼ਾਨ ਦੇ ਇਲਾਕੇ ਵਿੱਚ ਰਹਿ ਸਕਦੇ ਹੋ। ਇਸ ਤਰ੍ਹਾਂ ਤੁਸੀਂ ਮੇਰੇ ਨੇੜੇ ਰਹਿ ਸਕੋਗੇ, ਅਰਥਾਤ ਤੁਸੀਂ, ਤੁਹਾਡੇ ਬੱਚੇ, ਤੁਹਾਡੇ ਪੋਤੇ ਪੋਤੀਆਂ, ਤੁਹਾਡੀਆਂ ਭੇਡਾਂ ਬੱਕਰੀਆਂ, ਤੁਹਾਡੇ ਜਾਨਵਰ ਅਤੇ ਸਭ ਕੁਝ ਜੋ ਵੀ ਤੁਹਾਡੇ ਕੋਲ ਹੈ। ਗੋਸ਼ਾਨ ਵਿੱਚ ਮੈਂ ਤੁਹਾਡੀ ਦੇਖਭਾਲ ਚੰਗੀ ਤਰ੍ਹਾਂ ਨਾਲ ਕਰ ਸਕਾਂਗਾ। ਕਾਲ ਦੇ ਅਜੇ 5 ਸਾਲ ਹੋਰ ਬਾਕੀ ਹਨ। ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਬਾਲ ਬੱਚੇ ਜਾਂ ਜਾਨਵਰ ਭੁੱਖੇ ਮਰ ਜਾਣ। ਯੂਸਫ ਨੇ ਅੱਗੇ ਕਿਹਾ, ਹੁਣ ਤੁਸੀਂ ਮੇਰੇ ਭਰਾ ਬਿਨਯਾਮੀਨ ਸਮੇਤ ਮੈਨੂੰ ਦੇਖ ਰਹੇ ਹੋ ਕਿ ਮੈਂ ਸੱਚਮੁੱਚ ਯੂਸਫ ਹੀ ਹਾਂ। ਤੁਸੀਂ ਮੇਰੇ ਪਿਤਾ ਨੂੰ ਇਹ ਸਭ ਕੁਝ ਦੱਸੋ ਕਿ ਮੇਰਾ ਮਿਸਰ ਵਿੱਚ ਕਿੰਨਾ ਮਾਣ ਹੈ। ਤੁਸੀਂ ਤੁਰੰਤ ਜਾਓ ਅਤੇ ਮੇਰੇ ਪਿਤਾ ਨੂੰ ਇੱਥੇ ਲੈ ਆਓ। ਫਿਰ ਯੂਸਫ ਅਤੇ ਭਰਾ ਬਿਨਯਾਮੀਨ ਨੂੰ ਜੱਫੀ ਵਿੱਚ ਲੈ ਕੇ ਰੋਇਆ। ਬਿਨਯਾਮੀਨ ਵੀ ਆਪਣੇ ਭਰਾ ਦੇ ਗਲ ਲਾ ਕੇ ਰੋਇਆ। ਯੂਸਫ ਨੇ ਆਪਣੇ ਸਭ ਭਰਾਵਾਂ ਦੇ ਮੂੰਹ ਮੱਥੇ ਚੁੰਮੇ ਤਦ ਉਹ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗੇ। ਯੂਸਫ ਦੇ ਭਰਾਵਾਂ ਦੇ ਆਉਣ ਦੀ ਖਬਰ ਫਰਾਉਨ ਦੇ ਮਹਿਲਾਂ ਵਿੱਚ ਵੀ ਪਹੁੰਚੀ, ਜਿਸ ਤੋਂ ਰਾਜਾ ਆਪਣੇ ਅਧਿਕਾਰੀਆਂ ਸਮੇਤ ਬਹੁਤ ਖੁਸ਼ ਹੋਇਆ। ਉਸ ਨੇ ਯੂਸਫ ਨੂੰ ਕਿਹਾ, ਆਪਣੇ ਭਰਾਵਾਂ ਨੂੰ ਕਹਿ ਕੇ ਉਹ ਜਾਨਵਰਾਂ ਤੇ ਲੱਦ ਕੇ ਕਨਾਨ ਦੇਸ਼ ਨੂੰ ਜਾਣ। ਉਹਨਾਂ ਨੂੰ ਕਹਿ ਕਿ ਉਹ ਆਪਣੇ ਪਿਤਾ ਅਤੇ ਟੱਬਰਾਂ ਨੂੰ ਲੈ ਕੇ ਇੱਥੇ ਆ ਜਾਣ। ਮੈਂ ਉਹਨਾਂ ਨੂੰ ਮਿਸਰ ਦੀ ਸਭ ਤੋਂ ਚੰਗੀ ਧਰਤੀ ਦੇਵਾਂਗਾ ਅਤੇ ਉਹਨਾਂ ਕੋਲ ਹਰ ਚੀਜ਼ ਲੋੜ ਤੋਂ ਅਧਿਕ ਹੋਵੇਗੀ। ਉਹ ਇੱਥੋਂ ਹੀ ਗੱਡੇ ਗੱਡੀਆਂ ਲੈ ਜਾਣ।
ਜਿਨ੍ਹਾਂ ਵਿੱਚ ਉਹ ਆਪਣੇ ਟੱਬਰਾਂ ਨੂੰ, ਆਪਣੇ ਪਿਤਾ ਨੂੰ ਬਿਠਾ ਕੇ ਵਾਪਸ ਆ ਸਕਣ। ਉਹਨਾਂ ਨੂੰ ਆਪਣੀ ਕੋਈ ਚੀਜ਼ ਵੀ ਪਿੱਛੇ ਛੱਡਣ ਦਾ ਫਿਕਰ ਨਹੀਂ ਕਰਨਾ ਚਾਹੀਦਾ, ਕਿਉਂਕਿ ਮਿਸਰ ਦੀ ਸਭ ਤੋਂ ਚੰਗੀ ਧਰਤੀ ਉਹਨਾਂ ਦੀ ਹੋਵੇਗੀ। ਗਾਂ ਵੀ ਪੜ੍ਹਨਾ ਪਾਸਟਰ ਜੀ? ਹਾਂ, ਹੁਣ ਤੁਸੀਂ ਪੜ੍ਹਦੇ ਹੋ, ਉਹਨੂੰ ਖਤਮ ਕਰ ਦਿਓ। ਓਕੇ। ਇਜ਼ਰਾਈਲ ਦੇ ਪੁੱਤਰਾਂ ਨੇ ਸਭ ਕੁਝ ਦੱਸੇ ਅਨੁਸਾਰ ਕੀਤਾ। ਰਾਜਾ ਦੇ ਕਹੇ ਅਨੁਸਾਰ ਜੋਸਫ ਨੇ ਉਹਨਾਂ ਨੂੰ ਗੱਡੇ ਗੱਡੀਆਂ ਦਿੱਤੀਆਂ। ਉਸਨੇ ਉਹਨਾਂ ਨੂੰ ਰਾਹ ਦੇ ਲਈ ਅਨਾਜ ਵੀ ਦਿੱਤਾ। ਉਸਨੇ ਆਪਣੇ ਹਰ ਭਰਾ ਨੂੰ ਕੱਪੜਿਆਂ ਦਾ ਇੱਕ ਇੱਕ ਜੋੜਾ ਦਿੱਤਾ, ਪਰ ਆਪਣੇ ਭਰਾ ਬਿਨਯਾਮੀਨ ਨੂੰ ਚਾਂਦੀ ਦੇ 300 ਰੁਪਏ ਅਤੇ 5 ਜੋੜੇ ਕੱਪੜਿਆਂ ਦੇ ਦਿੱਤੇ। ਉਸਨੇ ਮਿਸਰ ਦੇ ਚੰਗੇ ਤੋਂ ਚੰਗਾ ਸਮਾਨ ਨਾਲ ਲੱਦੇ 10 ਖੋਤੇ ਆਪਣੇ ਪਿਤਾ ਲਈ ਘੱਲੇ। 10 ਹੀ ਖੋਤੇ ਰਾਹ ਦੇ ਲਈ ਭੋਜਨ ਨਾਲ ਲੱਦੇ ਹੋਏ ਘੱਲੇ। ਇਸ ਤਰ੍ਹਾਂ ਉਸਨੇ ਆਪਣੇ ਭਰਾਵਾਂ ਨੂੰ ਵਿਦਾ ਕੀਤਾ ਤੇ ਕਿਹਾ, ਰਾਹ ਵਿੱਚ ਲੜਾਈ ਝਗੜਾ ਨਾ ਕਰਨਾ। ਇਹ ਸਭ ਸੁਣ ਕੇ ਉਹ ਸਭ ਤੁਰੰਤ ਕਨਾਨ ਦੇਸ਼ ਵਿੱਚ ਆਪਣੇ ਪਿਤਾ ਕੋਲ ਵਾਪਸ ਆਏ ਤੇ ਆਪਣੇ ਪਿਤਾ ਨੂੰ ਦੱਸਿਆ, ਯੂਸਫ ਜਿੰਦਾ ਹੈ, ਉਹ ਸਾਰੇ ਮਿਸਰ ਦਾ ਹਾਕਮ ਹੈ। ਇਹ ਸੁਣ ਕੇ ਯਾਕੂਬ ਹੱਕਾ ਬੱਕਾ ਰਹਿ ਗਿਆ। ਉਸ ਦੇ ਮੰਨਣ ਵਿੱਚ ਇਹ ਗੱਲਾਂ ਨਹੀਂ ਆ ਰਹੀਆਂ ਸਨ, ਪਰ ਜਦੋਂ ਉਹਨਾਂ ਸਭ ਗੱਲਾਂ ਜੋ ਯੂਸਫ ਨੇ ਕਹੀਆਂ ਸਨ ਦੱਸੀਆਂ ਤੇ ਨਾਲ ਉਹ ਸਭ ਗੱਡੀਆਂ ਦੇਖਿਆ ਜੋ ਯੂਸਫ ਨੇ ਉਹਨਾਂ ਨੂੰ ਲੈਣ ਲਈ ਘੱਲੀਆਂ ਸਨ, ਤਾਂ ਉਹ ਜੋਸ਼ ਵਿੱਚ ਆ ਗਿਆ। ਫਿਰ ਉਹ ਬੋਲਿਆ, ਬਸ ਮੇਰੇ ਲਈ ਇਹ ਕਾਫੀ ਹੈ। ਮੇਰਾ ਪੁੱਤਰ ਯੂਸਫ ਜਿੰਦਾ ਹੈ। ਮੈਨੂੰ ਤੁਰੰਤ ਉੱਥੇ ਜਾਣਾ ਚਾਹੀਦਾ ਹੈ ਕਿ ਮੈਂ ਆਪਣੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਦੇ ਦਰਸ਼ਨ ਕਰਾਂ। ਆਮੀਨ। ਸੋ ਹੁਣ ਉਸਨੇ ਗੋਸ਼ਨ ਦੇ ਇਲਾਕੇ ਦੀ ਉਹ ਗੱਲ ਕਰਦਾ ਪਿਆ, ਔਰ ਜਿਸ ਅਸੀਂ ਬਾਈਬਲ ਦੇ ਵਿੱਚ ਉਸ ਇਲਾਕੇ ਨੂੰ ਜਿਸ ਅਸੀਂ ਈਜਿਪਟ ਦੇ ਵਿੱਚ ਅੱਜ ਵੀ ਦੇਖਦੇ ਪਏ ਹਾਂ, ਜਿਸ ਵੇਲੇ ਉਸਨੇ ਬਲੂਨ ਦੇ ਉੱਤੇ ਉਸ ਨੂੰ ਗਈ ਹੈਗੇ ਆ, ਆਪਣੇ ਬੱਚਿਆਂ ਨੂੰ ਲੈ ਕੇ ਗਈ ਆ, ਤੇ ਉਹ ਦਿਖਾ ਰਹੀ ਸਾਨੂੰ ਕਿ ਕਿੱਦਾਂ ਹਰਿਆ ਭਰਿਆ ਇਲਾਕਾ, ਔਰ ਹਰਿਆ ਭਰਿਆ ਇਲਾਕਾ ਹੋਣ ਦਾ ਕਾਰਨ ਅੱਜ ਵੀ ਜਿਹੜਾ ਅਸੀਂ ਦੇਖਦੇ ਪਏ ਹਾਂ ਗੋਸ਼ਨ ਦਾ ਇਲਾਕਾ, ਉਹ ਅਸੀਂ ਇੱਕ ਵਾਰੀ ਦੁਬਾਰਾ ਦੇਖਦੇ ਹਾਂ। ਤਾਂ ਉਸਦਾ ਕਾਰਨ ਜਿਹੜਾ ਮੇਨ ਆ ਉਹ ਇਹ ਆ ਕਿ ਜਿਹੜਾ ਨੀਲ ਦਰਿਆ ਆ, ਜਿਸ ਵੇਲੇ ਇਜਿਪਟ ਦੇ ਵਿੱਚ ਸਮੁੰਦਰ ਦੇ ਵਿੱਚ ਡਿੱਗਣ ਤੋਂ ਪਹਿਲਾਂ ਜਿਹੜਾ ਨੀਲ ਦਰਿਆ ਆ, that is a good picture. ਸੋ ਅਗਰ ਅਸੀਂ ਇੱਥੇ ਦੇਖੀਏ ਤੇ ਸਮੁੰਦਰ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜਾ ਨੀਲ ਦਰਿਆ ਆ ਉਹ ਕਾਫੀ ਹਿੱਸਿਆਂ ਦੇ ਵਿੱਚ ਛੋਟੇ ਛੋਟੀਆਂ ਨਦੀਆਂ, ਨਹਿਰਾਂ ਦੇ ਵਿੱਚ ਉਹ ਵੰਡ ਹੋ ਜਾਂਦਾ। ਸੋ ਇੱਥੋਂ ਨੀਲ ਦਰਿਆ ਸਿੱਧਾ ਆ ਰਿਹਾ, ਅਦਰ ਦੈਨ ਇੱਥੋਂ ਇੱਕ ਛੋਟੀ ਜਿਹੀ ਲੇਕ ਆ ਜਿਹੜੀ ਇੱਥੇ ਬਣੀ ਹੋਆ, ਇਹ ਮੈਨ ਮੇਡ ਆ। ਸੋ ਲੇਕਿਨ ਇਸ ਤੋਂ ਅੱਗੇ ਜਾ ਕੇ ਜਿੱਦਾਂ ਅਸੀਂ ਦੇਖਦੇ ਹਾਂ, ਇੱਥੋਂ ਨੀਲ ਦਰਿਆ ਵੰਡ ਹੋਣਾ ਸ਼ੁਰੂ ਹੋ ਜਾਂਦਾ ਸਮੁੰਦਰ ਦੇ ਵਿੱਚ ਜਾਣ ਤੋਂ ਪਹਿਲਾਂ, ਔਰ ਇਹ ਸਾਰਾ ਇਲਾਕਾ ਉਸਦੇ ਕਾਰਨ ਹਰਿਆ ਭਰਿਆ ਸੀ। ਸੋ ਜਿਸਲੇ ਉਸਨੇ ਕਿਹਾ ਕਿ ਤੁਹਾਨੂੰ ਗੋਸ਼ਨ ਦਾ ਇਲਾਕਾ ਦਿੱਤਾ ਜਾਏਗਾ, ਤੇ ਉਹਨਾਂ ਨੂੰ ਇਹ ਹਰਿਆ ਭਰਿਆ ਇਲਾਕਾ ਉਸਨੇ ਆਪਣੇ ਭਰਾਵਾਂ ਨੂੰ ਦਿੱਤਾ ਤਾਂ ਕਿ ਉਹ ਇਸ ਇਲਾਕੇ ਦੇ ਵਿੱਚ ਵਸ ਸਕਣ। ਗਾਂ ਜਾ ਕੇ ਅਸੀਂ ਡਾਕੂਮੈਂਟਰੀਜ਼ ਵੀ ਦੇਖਾਂਗੇ ਜਿਨ੍ਹਾਂ ਦੇ ਵਿੱਚ ਹਾਲੇ ਵੀ ਉਹਨਾਂ ਦੇ ਜਿਹੜੇ ਘਰ ਉਹਨਾਂ ਨੇ ਬਣਾਏ ਆ, ਕਿਉਂਕਿ ਜਿਹੜੇ ਇਜਿਪਟ ਜਿਸ ਤਰ੍ਹਾਂ ਦੇ ਘਰ ਆਪਣੇ ਬਣਾਉਂਦੇ ਸੀਗੇ, ਉਹ ਵੱਖਰੇ ਤਰੀਕੇ ਦੇ ਆਪਣੇ ਘਰ ਬਣਾਉਂਦੇ ਸੀਗੇ, ਲੇਕਿਨ ਜਿਹੜੇ ਕਨਾਨੀ ਸੀਗੇ, ਕਨਾਨੀ ਡਿਜ਼ਾਈਨ ਦੇ ਘਰ ਕਿੱਦਾਂ ਦੇ, ਜਿੱਦਾਂ ਦੇ ਅਸੀਂ ਇੰਡੀਆ ਦੇ ਵਿੱਚ ਘਰ ਬਣਾਉਂਦੇ ਹਾਂ, ਜਿੱਦਾਂ ਅਸੀਂ ਇੰਡੀਆ ਦੇ ਵਿੱਚ ਘਰ ਬਣਾਉਂਦੇ ਆ ਕਿ ਸਾਡੇ ਜਿਹੜੇ ਘਰ ਆ ਉਹ ਡੱਬੀਆਂ ਵਾਂਗੂ ਹੁੰਦੇ ਆ, ਔਰ ਇੱਕ ਬਰਾਂਡਾ ਮੂਹਰੇ, ਪਿੱਛੇ ਕਮਰੇ, ਮੂਹਰੇ ਬਰਾਂਡਾ, ਰਾਈਟ, ਸਾਈਡ ਤੇ ਰਸੋਈ, ਇਸ ਤਰ੍ਹਾਂ ਜਿਹੜੇ ਘਰ ਆ ਉਹ ਉਹਨਾਂ ਦੇ ਨਿਸ਼ਾਨਾਤ ਹਾਲੇ ਲੱਭਦੇ ਪਏ ਉਹਨਾਂ ਨੂੰ। ਸੋ ਅਸੀਂ ਅੱਗੇ ਜਾ ਕੇ ਉਹ ਸਾਰੀਆਂ ਚੀਜ਼ਾਂ ਦੇਖਾਂਗੇ ਜਿੱਥੇ ਕਨਾਨੀ ਲੋਕ ਵਸੇ ਹੋ ਸੀਗੇ, ਜਿੱਥੇ ਕਨਾਨੀ ਲੋਕ ਰਹਿੰਦੇ ਪਏ ਸੀ, ਜਿੱਥੇ ਕਿ ਇਹ ਕਨਾਨ, ਕਿਉਂਕਿ ਕਨਾਨ ਤੋਂ ਆਏ ਸੀ ਨਾ, ਇਸ ਕਰਕੇ ਇਹਨਾਂ ਨੂੰ ਕਨਾਨੀ ਉਹ ਕਹਿੰਦੇ ਸੀਗੇ। ਔਰ ਇਹ ਜਿੱਥੇ ਯੂਸਫ ਤੇ ਉਸਦਾ ਖਾਨਦਾਨ ਜਿੱਥੇ ਰਹਿੰਦਾ ਪਿਆ ਸੀ। ਲੇਕਿਨ ਅਗਰ ਤੁਸੀਂ ਇੱਥੇ ਵਾਅਦਾ ਦੇਖੋ, ਕਿ ਵਾਅਦਾ ਦੇਖੋ ਕਿੰਨਾ ਪਿਆਰਾ ਉਹ ਦੇ ਰਿਹਾ। ਰਾਜਾ ਨੇ ਉਸਨੂੰ ਕਿਹਾ ਕਿ ਮੈਂ ਗੋਸ਼ਨ ਦਾ ਇਲਾਕਾ ਇਹਨਾਂ ਨੂੰ ਦੇ ਦੂੰਗਾ, ਇਹ ਗੋਸ਼ਨ ਦੇ ਇਲਾਕੇ ਦੇ ਵਿੱਚ ਰਹਿਣਗੇ। ਸਭ ਤੋਂ ਵਧੀਆ ਇਲਾਕਾ, ਸਭ ਤੋਂ ਵਧੀਆ ਇਲਾਕਾ। ਔਰ ਜਿਸ ਵੇਲੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਵੱਲ ਦੇਖਦੇ ਹਾਂ, ਤਾਂ ਪ੍ਰਭੂ ਯਿਸੂ ਮਸੀਹ ਨੇ ਵੀ ਸਾਨੂੰ ਇਹੋ ਹੀ ਵਾਅਦਾ ਕੀਤਾ ਜਾਣ ਤੋਂ ਪਹਿਲਾਂ। ਸੋ ਆਓ ਅਸੀਂ ਇੱਥੇ ਲਿਖ ਲਓ ਯਹੋਨਾ ਦਾ ਚੈਪਟਰ 14, ਯਹੋਨਾ ਦਾ ਚੈਪਟਰ 14। ਸੋ
जॉन चैप्टर 14 ਦੀਆਂ ਅਸੀਂ 1 ਤੋਂ ਲੈ ਕੇ 14 ਆਇਤ ਤੱਕ ਪੜਾਂਗੇ। 1 ਤੋਂ 14 ਤੱਕ। मैं पढ़ता हूँ पास्टर जी। Go ahead मेरा वीर। तो ये John 14 1 to 14 right? नहीं ਤੁਸੀਂ ਇਦਾਂ ਕਰੋ या 1 ਤੋਂ 14 ठीक। जगह 192 प्रभु यीशु पिता को पहुंचण ਦਾ ਰਾਹ। ਤੁਹਾਡਾ ਦਿਲ ਨਾ ਘਬਰਾ, ਪਰਮੇਸ਼ਵਰ ਉੱਤੇ ਭਰੋਸਾ ਰੱਖੋ ਅਤੇ ਮੇਰੇ ਉੱਤੇ ਵੀ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ, ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ। ਸੋ ਜੇਕਰ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ ਤਾਂ ਮੈਂ ਫਿਰ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ। ਤੋਮਾ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ, ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਮੈਂ ਹੀ ਰਾਹ ਹਾਂ, ਮੈਂ ਹੀ ਸੱਚ, ਮੈਂ ਹੀ ਜੀਵਨ ਹਾਂ, ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ਜੇਕਰ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ। ਹੁਣ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਦਾ ਦਰਸ਼ਨ ਵੀ ਕਰ ਚੁੱਕੇ ਹੋ। ਫਿਲਿੱਪਸ ਨੇ ਉਹਨਾਂ ਨੂੰ ਕਿਹਾ, ਪ੍ਰਭੂ ਜੀ, ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ, ਸਾਡੇ ਲਈ ਇਹੀ ਬਹੁਤ ਆ। ਯਿਸੂ ਨੇ ਉਸ ਨੂੰ ਕਿਹਾ, ਫਿਲਿੱਪਸ, ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ, ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ। ਜਿਸ ਨੇ ਮੇਰੇ ਦਰਸ਼ਨ ਕੀਤੇ ਹਨ ਉਸਨੇ ਪਿਤਾ ਦੇ ਦਰਸ਼ਨ ਕੀਤੇ ਹਨ। ਉਹ ਕਿਸ ਤਰ੍ਹਾਂ ਕਹਿੰਦਾ ਹੈ, ਸਾਨੂੰ ਪਿਤਾ ਦੇ ਦਰਸ਼ਨ ਕਰਵਾਓ। ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ? ਇਹ ਵਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ, ਇਹ ਮੈਂ ਆਪਣੇ ਵੱਲੋਂ ਨਹੀਂ ਕਹੇ ਹਨ, ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਇਹਨਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ। ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰੇ ਉੱਤੇ ਵਿਸ਼ਵਾਸ ਕਰਨ ਵਾਲੇ ਇਹ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ, ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ। ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਮੈਂ ਉਹ ਕਰਾਂਗਾ, ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ। ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ। ਕਿੰਨੀ ਅਜੀਬ ਗੱਲ ਆ ਕਿ ਇੱਥੇ ਵੀ ਮੋਰੇ 12 ਹੀ ਬੈਠੇ ਹੋ ਆ ਤੇ ਉਹ ਵੀ 12 ਹੀ, ਉਹ ਵੀ 12 ਹੀ। ਔਰ ਕਿਸ ਤਰ੍ਹਾਂ ਪ੍ਰਭੂ ਇੱਥੇ ਆਪਣੇ ਚੇਲਿਆਂ ਨੂੰ ਦੱਸਦਾ ਪਿਆ ਕਿ ਉਹ ਸਾਡੇ ਲਈ ਕੀ ਕਰੇਗਾ। ਇਸ ਦੇ ਰਾਹੀਂ ਉਹ ਸਾਨੂੰ ਦੱਸਦਾ ਪਿਆ ਕਿ ਉਹ ਸਾਡੇ ਲਈ ਕੀ ਕਰੇਗਾ। ਠੀਕ, ਸਾਡੇ ਲਈ ਉਸਨੇ ਕੀ ਤਿਆਰ ਕੀਤਾ ਹੈ। ਔਰ ਇੱਥੇ ਜਿਸ ਲਈ ਅਸੀਂ ਪਿੱਛੇ ਮੁੜ ਕੇ ਆਉਂਦੇ ਹਾਂ ਤੇ ਉਹ ਦੱਸਦਾ ਪਿਆ ਕਿ ਆਪਣੇ ਭਰਾਵਾਂ ਨੂੰ ਦੱਸਦਾ ਪਿਆ ਕਿ ਤੁਹਾਡੇ ਲਈ ਮੈਂ ਕੀ ਤਿਆਰ ਕੀਤਾ। ਔਰ ਸਾਨੂੰ ਵੀ ਪ੍ਰਭੂ ਯਿਸੂ ਮਸੀਹ ਨੂੰ ਵੀ ਬਹੁਤਿਆਂ ਭਰਾਵਾਂ ਦਾ ਜੇਠਾ ਕਿਹਾ ਗਿਆ, ਬਹੁਤਿਆਂ ਭਰਾਵਾਂ ਦਾ, ਭੈਣਾਂ ਦਾ ਜੇਠਾ ਉਸਨੂੰ ਕਿਹਾ ਗਿਆ। ਔਰ ਜਿਸ ਲਈ ਅਸੀਂ ਇੱਥੇ ਦੇਖਦੇ ਪਏ ਹਾਂ ਤੇ ਇੱਥੇ ਵੀ ਪ੍ਰਭੂ ਨੇ ਜਿਹੜੀ ਬਰਕਤ ਦਿੱਤੀ ਹੈਗੀ ਉਹ ਯੂਸੁਫ ਨੂੰ ਦਿੱਤੀ ਹੈ। ਉਹ ਬਰਕਤ ਤਾਂ ਹੈ ਨਹੀਂ ਇਹਦੇ ਕੋਲ, ਨੇਮ ਦੀ ਬਰਕਤ ਤਾਂ ਹੈ ਨਹੀਂ, ਲੇਕਿਨ ਇਸ ਨੂੰ ਬਰਕਤ ਪ੍ਰਭੂ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਦੇਖਦੇ ਸੀਗੇ ਤਾਂ ਅਸੀਂ ਹਮੇਸ਼ਾ ਇਹ ਦੇਖਦੇ ਸੀਗੇ ਕਿ ਅਬਰਾਹਮ ਦੇ 9 ਪੁੱਤਰ ਸੀਗੇ, ਉਸਨੇ ਇੱਕ ਨੂੰ ਬਰਕਤ ਦੇ ਦਿੱਤੀ, ਉਹ ਲਾਈਨ ਨੂੰ ਲੈ ਕੇ ਅੱਗੇ ਤੁਰ ਪਿਆ। ਇਸ਼ਮਾਇਲ ਇੱਕ ਪਾਸੇ ਨੂੰ ਜਾ ਰਿਹਾ, ਕਟੂਰਾ ਦੇ ਬੱਚੇ ਦੂਜੇ ਪਾਸੇ ਨੂੰ ਜਾ ਰਹੇ, ਉਹ ਜਾ ਕੇ ਈਰਾਨ ਦੇ ਵਿੱਚ ਵਸਦੇ ਪਏ ਆ ਔਰ ਉਹਨਾਂ ਇਲਾਕਿਆਂ ਨੂੰ ਵਸਾਉਂਦੇ ਪਏ ਆ। ਔਰ ਦੂਸਰੇ ਪਾਸੇ ਅਸੀਂ ਦੇਖਿਆ ਕਿ ਜਿਸ ਵੇਲੇ ਇਸਹਾਕ ਦੇ ਗਾਂ 2 ਪੁੱਤਰ ਈਸੋ ਤੇ ਯਾਕੂਬ, ਈਸੋ ਜਾ ਕੇ ਇਡੋਮਾਈਟ ਦੀਆਂ ਜਿਹੜੀਆਂ ਨੇਸ਼ਨਾਂ, ਅਦੋਮੀਆਂ ਦੀਆਂ ਜਿਹੜੀਆਂ ਨੇਸ਼ਨਸ ਆ ਉਹਨਾਂ ਨੂੰ ਜਾ ਕੇ ਉਹ ਵਸਾਉਂਦਾ ਪਿਆ, ਲੇਕਿਨ ਜਿਹੜੀ ਯਾਕੂਬ ਉਸ ਲਾਈਨ ਨੂੰ ਲੈ ਕੇ ਤੁਰਿਆ। ਲੇਕਿਨ ਹੁਣ ਅਸੀਂ ਭਰਾਵਾਂ ਨੂੰ ਵੰਡ ਹੁੰਦਾ ਨਹੀਂ ਦੇਖਦੇ। ਇੱਥੇ ਅਸੀਂ ਇੱਕ ਐਸੀ ਜਗ੍ਹਾ ਦੇ ਵਿੱਚ ਆਏ ਹਾਂ ਜਿਸ ਲਈ ਹੁਣ ਪ੍ਰਭੂ ਨੇ ਉਸ ਦਾ ਨਾਮ ਬਦਲ ਕੇ ਇਸਰਾਇਲ ਰੱਖਿਆ ਔਰ ਹੁਣ ਉਹ ਇਸਰਾਇਲ ਦੀ ਕੌਮ ਨੂੰ ਤਿਆਰ ਕਰਨ ਜਾ ਰਿਹਾ। ਹੁਣ ਉਸ ਕੌਮ ਨੂੰ ਤਿਆਰ ਕਰਨ ਜਾ ਰਿਹਾ ਕਿ ਜਿਸ ਦੇ ਲਈ ਉਸ ਨੂੰ ਵਾਅਦਾ ਦਿੱਤਾ ਗਿਆ ਕਿ ਮੈਂ ਤੇਰੀ ਕੌਮ, ਤੇਰੀ ਜਿਹੜੀ ਕੌਮ ਆ
ਉਹ ਤੇਰੇ ਲੋਕ ਇੱਥੇ ਆ ਕੇ ਵਸਣਗੇ। ਹੁਣ ਭਾਵੇਂ ਇੱਕ ਦੇ ਭਾਵੇਂ ਕਿੰਨਾ 30-40 ਗਾਂ ਭਾਵੇਂ ਡਿਸੈਂਡੈਂਟ ਹੋਣ, ਉਹ ਕੋਈ ਕੌਮ ਥੋੜ੍ਹੋ ਹੁੰਦੀ ਹੈ। ਕੌਮ ਦੇ ਵਿੱਚ ਤਾਂ ਫਿਰ ਬਹੁਤ ਲੋਕ ਹੁੰਦੇ ਨੇ। ਸੋ ਹੁਣ ਜਿਹੜੀ ਬਰਕਤ ਆ ਉਹ ਇਸਰਾਇਲ ਨੂੰ ਮਿਲੀ ਆ, ਔਰ ਇਸਰਾਇਲ ਦੀ ਕੌਮ ਹੁਣ ਵਧਣੀ ਸ਼ੁਰੂ ਹੋਣੀ। ਉਹ ਜਿਹੜੀ ਗਿਣਤੀ ਆ ਉਹ ਹੁਣ ਵਧਣੀ ਸ਼ੁਰੂ ਹੋਣੀ ਆ। ਸੋ ਆਓ ਆਪਾਂ 46ਵੇਂ ਭਾਗ ਦੇ ਵਿੱਚ ਚੱਲੀਏ, ਔਰ ਉਸ ਦੇ ਵਿੱਚ ਅਸੀਂ ਦੇਖੀਏ 45ਵੇਂ ਭਾਗ ਦੇ ਵਿੱਚ ਅਸੀਂ ਦੁਬਾਰਾ ਫਿਰ ਇੱਕ ਵਾਰੀ ਆਵਾਂਗੇ, ਲੇਕਿਨ ਆਓ ਹੁਣ ਅਸੀਂ 46ਵੇਂ ਭਾਗ ਦੇ ਵਿੱਚ ਚੱਲੀਏ। ਅਸੀਂ ਥੋੜਾ ਜਿਹਾ ਇਹਨਾਂ ਨੂੰ ਦੇਖੀਏ, ਉਹਨਾਂ ਦੀਆਂ ਗਿਣਤੀਆਂ ਦੇਖੀਏ ਕਿ ਕਿੰਨੇ ਲੋਕ ਸੀ ਜਿਹੜੇ ਇਸ ਵੇਲੇ ਮਿਸਰ ਦੇ ਵਿੱਚ ਵਾਪਸ ਆਏ, ਮਿਸਰ ਦੇ ਵਿੱਚ ਯੂਸਫ ਦੇ ਕੋਲ ਆਏ। 46ਵਾਂ ਭਾਗ ਇਸ ਦੀ 1 ਆਇਤ ਤੋਂ ਲੈ ਕੇ ਔਰ ਅਸੀਂ 27 ਆਇਤ ਤੱਕ ਪਹਿਲਾਂ ਪੜਾਂਗੇ। पेज हैगा 71 46ਵਾਂ ਭਾਵ। ਸੋ ਇਸਰਾਇਲ ਨੇ ਆਪਣਾ ਸਭ ਕੁਝ ਇਕੱਠਾ ਕੀਤਾ ਤੇ ਬੇਰਸ਼ਬਾ ਦੀ ਥਾਂ ਤੇ ਆ ਗਿਆ। ਇੱਥੇ ਉਸਨੇ ਆਪਣੇ ਪਿਤਾ ਇਸਾਕ ਅਤੇ ਪਰਮੇਸ਼ਰ ਅੱਗੇ ਬਲੀ ਚੜਾਈ। ਤਦ ਪਰਮੇਸ਼ਰ ਨੇ ਯਾਕੂਬ ਨੂੰ ਰਾਤ ਦੇ ਵੇਲੇ ਦਰਸ਼ਨ ਦੇ ਕੇ ਕਿਹਾ, ਯਾਕੂਬ, ਯਾਕੂਬ। ਉਸਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਰ ਨੇ ਉਸ ਨੂੰ ਕਿਹਾ, ਮੈਂ ਪਰਮੇਸ਼ਰ ਹਾਂ, ਅਰਥਾਤ ਤੇਰੇ ਪਿਤਾ ਦਾ ਪਰਮੇਸ਼ਰ। ਤੂੰ ਮਿਸਰ ਵਿੱਚ ਜਾਣ ਤੋਂ ਨਾ ਡਰ, ਮੈਂ ਉੱਥੇ ਆਪਣੇ ਤੇਰੇ ਵੰਸ਼ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ। ਮੈਂ ਤੇਰੇ ਨਾਲ ਉੱਥੇ ਜਾਵਾਂਗਾ ਅਤੇ ਤੇਰੀ ਸੰਤਾਨ ਨੂੰ ਫਿਰ ਵਾਪਸ ਇੱਥੇ ਮੋੜ ਲਿਆਵਾਂਗਾ। ਯੂਸਫ ਤੇਰੇ ਮਰਨ ਸਮੇਂ ਤੇਰੇ ਕੋਲ ਹੋਵੇਗਾ। ਸੋ ਯਾਕੂਬ ਬੇਰਸ਼ਬਾ ਤੋਂ ਮਿਸਰ ਵੱਲ ਚੱਲ ਪਿਆ। ਉਸਦੇ ਪੁੱਤਰਾਂ ਨੇ ਆਪਣੇ ਪਿਤਾ ਅਤੇ ਟੱਬਰਾਂ ਨੂੰ ਬੱਚਿਆਂ ਸਮੇਤ ਉਹਨਾਂ ਗੱਡੀਆਂ ਤੇ ਚੜਾ ਦਿੱਤਾ ਜੋ ਮਿਸਰ ਦੇ ਰਾਜਾ ਨੇ ਘੱਲੀਆਂ ਸਨ। ਉਹਨਾਂ ਨੇ ਆਪਣਾ ਸਭ ਮਾਲ ਮੱਤਾ ਜੋ ਉਹਨਾਂ ਕਨਾਨ ਵਿੱਚ ਬਣਾਇਆ ਸੀ ਨਾਲ ਲੈ ਲਿਆ ਅਤੇ ਉਹ ਸਭ ਮਿਸਰ ਵੱਲ ਚੱਲ ਪਏ। ਯਾਕੂਬ ਨੇ ਆਪਣੀ ਸਾਰੀ ਸੰਤਾਨ ਆਪਣੇ ਨਾਲ ਲੈ ਲਈ, ਅਰਥਾਤ ਆਪਣੇ ਪੁੱਤਰ, ਪੋਤੇ, ਪੋਤੀਆਂ, ਆਪਣੀਆਂ ਧੀਆਂ ਅਤੇ ਦੋਤੇ, ਦੋਤੀਆਂ ਵੀ। ਯਾਕੂਬ ਦੇ ਟੱਬਰ ਦੇ ਲੋਕ ਜੋ ਉਸ ਦੇ ਨਾਲ ਮਿਸਰ ਵਿੱਚ ਗਏ, ਉਹਨਾਂ ਸਭ ਦਾ ਲੇਖਾ ਇਸ ਤਰ੍ਹਾਂ ਨਾਲ ਹੈ। ਰੂਬੇਨ ਯਾਕੂਬ ਦਾ ਜੇਠਾ, ਜਿਸ ਦੇ ਪੁੱਤਰਾਂ ਦੇ ਨਾਂ ਇਹ ਹਨ ਹਨੋਕ, ਫਲ, ਹਸਰੋਨ ਅਤੇ ਕਰਮੀ। ਸ਼ਮਿਆਉਨ ਦੇ ਪੁੱਤਰਾਂ ਦੇ ਇਹ ਨਾਂ ਹਨ ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸਾਊਲ, ਉਸ ਦੀ ਕਨਾਨੀ ਪਤਨੀ ਦਾ ਪੁੱਤਰ ਸੀ। ਲੇਵੀ ਦੇ ਪੁੱਤਰਾਂ ਦੇ ਇਹ ਨਾਂ ਸਨ ਗੇਰਸੋਨ, ਕਹਾਤ ਅਤੇ ਮਰਾਰੀ। ਯਹੂਦਾ ਦੇ ਪੁੱਤਰਾਂ ਦੇ ਇਹ ਨਾਂ ਸਨ ਏਰ, ਓਨਾਨ, ਸ਼ੇਲਾ, ਫਰਸ ਅਤੇ ਜਾਹਰ। ਏਰ ਤੇ ਓਨਾਨ ਕਨਾਨ ਵਿੱਚ ਹੀ ਮਰ ਗਏ ਸਨ। ਫਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ। ਯਿਸਕਾਰ ਦੇ ਪੁੱਤਰਾਂ ਦੇ ਨਾਂ ਇਹ ਸਨ ਤੋਲਾ, ਭੋਵਾ, ਯੋਤ ਅਤੇ ਸਿਮਰੋਨ। ਜਬਲੂਨ ਦੇ ਪੁੱਤਰਾਂ ਦੇ ਇਹ ਨਾਂ ਸਨ ਸਰਦ, ਏਲੋਨ ਅਤੇ ਯਹਲਏਲ। ਇਹ ਸਭ ਲਿਆ ਦੇ ਪੁੱਤਰ ਸਨ, ਜਿਨ੍ਹਾਂ ਨੂੰ ਉਸਨੇ ਆਪਣੀ ਧੀ ਦੀਨਾ ਸਮੇਤ ਪਦਮ ਆਰਾਮ ਵਿੱਚ ਜਨਮ ਦਿੱਤਾ ਸੀ। ਲਿਆ ਦੀ ਕੁੱਲ ਸੰਤਾਨ ਦੀ ਗਿਣਤੀ 33 ਸੀ। ਗਾਦ ਦੇ ਪੁੱਤਰਾਂ ਦੇ ਇਹ ਨਾਂ ਸਨ ਸਫਿਓਨ, ਹਗੀ, ਸੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ। ਅਸ਼ੇਰ ਦੇ ਪੁੱਤਰਾਂ ਦੇ ਨਾਂ ਇਹ ਸਨ ਜਿਮਨਾ, ਯਿਸ਼ਵਾ, ਯਿਸ਼ਵੀ ਅਤੇ ਵਰੀਆ। ਉਸ ਦੀ ਇੱਕ ਧੀ ਵੀ, ਜਿਸ ਦਾ ਨਾਂ ਸਰਾ ਸੀ। ਉਸ ਦੇ ਪੁੱਤਰ ਵਰੀਆ ਦੇ ਪੁੱਤਰਾਂ ਦੇ ਨਾਂ ਇਹ ਸਨ ਹਬਰ ਅਤੇ ਮਲਕੀਏਲ। ਇਹ ਸਭ ਸੰਤਾਨ ਲਿਆ ਦੇ ਦੀ ਨੌਕਰ ਜਿਲਫਾ ਤੋਂ ਯਾਕੂਬ ਦੇ ਘਰ ਪੈਦਾ ਹੋਈ। ਇਹਨਾਂ ਸਭ ਦੀ ਗਿਣਤੀ 16 ਸੀ। ਯਾਕੂਬ ਦੀ ਪਤਨੀ ਰਾਖੇਲ ਦੇ 2 ਪੁੱਤਰ ਸਨ, ਯੂਸਫ ਅਤੇ ਬਿਨਯਾਮੀਨ। ਯੂਸਫ ਦੀ ਪਤਨੀ ਮਿਸਰ ਦੇਸ਼ ਦੇ ਪੁਜਾਰੀ ਪੋਟੀਫਰ ਦੀ ਧੀ ਆਸਨਤ ਸੀ, ਜਿਸ ਤੋਂ ਉਸ ਦੇ ਘਰ 2 ਪੁੱਤਰਾਂ ਨੇ ਜਨਮ ਲਿਆ, ਮਨਸ਼ੇ ਅਤੇ ਇਫਰਾਇਮ। ਬਿਨਯਾਮੀਨ ਦੇ ਪੁੱਤਰਾਂ ਦੇ ਇਹ ਨਾਂ ਸਨ ਬਲਾ, ਬਕਰ ਅਤੇ ਅਸ਼ਵੇਲ, ਗੇਰਾ, ਨਾਮਾ, ਏਹੀ, ਰੋਸ਼, ਮੋਫੀਨ, ਹੋਫੀਮ ਅਤੇ ਆਰਦ। ਇਹ ਸਭ ਰਾਖੇਲ ਦੀ ਸੰਤਾਨ ਸੀ। ਇਹਨਾਂ ਦੀ ਸਭ ਗਿਣਤੀ 14 ਸੀ। ਦਾਨ ਦਾ ਇੱਕੋ ਹੀ ਪੁੱਤਰ ਸੀ, ਹੋਸ਼ੀਮ। ਨਫਤਾਲੀ ਦੇ ਪੁੱਤਰਾਂ ਦੇ ਇਹ ਨਾਂ ਸਨ ਯਹਸੇਲ, ਗੋਨੀ, ਯੇਸਰ ਅਤੇ ਸਿਲੇਮ। ਇਹ ਸਭ ਸੰਤਾਨ ਰਾਖੇਲ ਦੀ ਨੌਕਰ ਬਿਲਹਾ ਤੋਂ ਯਾਕੂਬ ਦੇ ਘਰ ਪੈਦਾ ਹੋਈ। ਇਹਨਾਂ ਸਭ ਦੀ ਗਿਣਤੀ 7 ਸੀ। ਇਸੇ ਤਰ੍ਹਾਂ ਯਾਕੂਬ ਦੇ ਟੱਬਰ ਦੇ ਕੁੱਲ ਲੋਕ ਉਸ ਦੀਆਂ ਨੂੰਹਾਂ ਨੂੰ ਕੱਢ ਕੇ 66 ਸਨ, ਜੋ ਕਨਾਨ ਤੋਂ ਮਿਸਰ ਵਿੱਚ ਆਏ। ਯੂਸਫ ਦੇ 2 ਪੁੱਤਰ ਪਹਿਲਾਂ ਹੀ ਮਿਸਰ ਵਿੱਚ ਸਨ, ਜਿਨ੍ਹਾਂ ਨੂੰ ਮਿਲਾ ਕੇ ਯਾਕੂਬ ਦੇ ਟੱਬਰ ਦੀ ਕੁੱਲ ਗਿਣਤੀ 70 ਸੀ, ਜੋ ਮਿਸਰ ਦੇ ਵਿੱਚ ਪਹੁੰਚੀ। ਸੋ 70 ਜਾਣੇ ਉਹ ਉੱਥੋਂ ਆਏ।
लेकिन हुण तुसी एक चीज देखो कि साडा प्रभु नेम दा प्रभु आ। वो अपना जिसले कोई नेम बनदा उसकी सारी अख अपने नेम दे उत्ते लगी रहिंदी है। वो साडियां सुखां दा जिद्दां असी बना लेने ने कि साडियां सुखां दा परमेश्वर आ। नहीं, वो चीजां शैतान करदा है और वो चर्च नूं उस पासे नूं लैके जा रहा। असी मसीह नूं सिर्फ एक सुखां दा परमेश्वर बना लिया कि सुख दिंदा पिया। नहीं, वो नेम दा परमेश्वर। कि वो याकूब नूं पहला नहीं दस सकदा सी कि तेरा पुत्र जिउंदा? पहला भी दस सकदा सी ना, उन्हें क्यों नहीं दस्या? क्योंकि जिंदगी दे विच जिहड़े दुख आउंदे आ वो इंसान नूं बनाउंदे आ। दुखां दे विच जिसले असी पिसदे आ ना, सानूं बहुतियां चीज़ां तो छुटकारा मिलदा। सानूं दस्सण लग पैंदा कि आ जिहड़ियां जिन्हां चीज़ां च मैं हत्थ पैर पसारे वो कुछ भी साडियां रस्सियां खुल्लण लग पैंदियां, साडा भार घटना शुरू हो जाता। असीं वो जिहड़ी पौड़ी स्वर्ग नूं प्रभु ने लाई हुआ, जो उसने सब तो पहला याकूब नूं दिखाई है, अब्राहम नूं नहीं दिखाई, इसहाक नूं नहीं दिखाई, याकूब नूं दिखाई, क्योंकि याकूब नूं तो उसने हुण बड़ी नेशन बनाउणी है। इस चीज नूं ध्यान दे नाल रखो। अब्राहम नोहा नूं भी नहीं दिखाई, अब्राहम नूं भी नहीं दिखाई, उसने इसहाक नूं भी नहीं दिखाई, वो उसने याकूब नूं दिखाई। और फिर प्रभु यसु मसीह ने सानू उसका मतलब समझाया कि वो कौन है। और उथों असीं देखते पे हैं जे वो इहदे दिन रात दे सुखां दा इहदे हंझू पूंजण वाला परमेश्वर बनिया रहिंदा ते इह कदी भी बड़ी कौम नहीं सी बननी। सो प्रभु ने हुण आके उसनूं दस्सिया कि तू यूसुफ दे कोल जाएगा और जिसले तू मरेगा यूसुफ दीयां बाहां च मरेगा। पर देखो उसके पुत्र आए आ, उसनूं कहंदे कि हुण असीं चलीए। ऑफ कोर्स इजिप्ट तो गड्डे आए आ, राजसी गड्डे आ जो समान लैण दे लई आए आ और उन्हां दे मोहरे घोड़े जुड़े हुआ। और जिसले वो आए आ ते वो लैण आए आ, वो देख के समझ गया कि इजिप्ट तो आए, मैं जा रहा। पर प्रभु ने फिर उसनूं दर्शन दे के यह चीज दिखाई आ, मैं नेम दा परमेश्वर, मैं जिहड़ा नेम बनदा मैं उसदा परमेश्वर और उस दे लई उसनूं पूरा करन दे लई मैनूं जिस चीज दी भी जरूरत पैंदी है वो मैं करदा। सो उसनूं की किया, जिहड़ी मेन चीज यह है गिणती 70 जे असीं सारे नाम भी गिण लईए, मेन जिहड़े नाम गिणन वाले आ वो हैगे आ जिहड़े यहूदा दे बच्चियां दे नाम जिहड़े आ वो मेन आ गिणन वाले, क्योंकि उन्हां दे राहीं लाइन अगे गई है। सो सानूं इत्थों एक चीज जिहड़ी पता लगदी उसनूं असीं गां जाके देखदे हां। लेकिन देखो इत्थे की चीज हो रही है। कहंदा सो इजराइल ने अपना सब कुछ इकट्ठा कीता ते बेशबा दी थां ते आ गया। इत्थों इत्थे उसने अपने पिता इसहाक दे परमेश्वर दे अगे बलि चढ़ाई। तद परमेश्वर ने याकूब नूं रात दे वेले दर्शन दे के कहा, याकूब याकूब। उसने उत्तर दिता, मैं हाजिर हां। परमेश्वर ने उसनूं कहा, मैं परमेश्वर हां, अर्थात तेरे पिता दा परमेश्वर। तू मिस्र जाण तो ना डर, मैं उत्थे अपने तेरे वंश तो एक बड़ी कौम पैदा करांगा। मैं तेरे नाल उत्थे जावांगा ਅਤੇ तेरी संतान ਨੂੰ फिर वापस ਇੱਥੇ मोड़ के ਲਿਆਵਾਂਗਾ। यूसुफ तेरे मरण ਦੇ ਸਮੇਂ तक तेरे ਕੋਲ ਹੋਵੇਗਾ। ਕਹਿਣ ਦਾ ਕਿ ਮਤਲਬ तेरी ਜਿਹੜੀ मौत है इजिप्ट ਦੇ ਵਿੱਚ हो जाएगी, पर मेरा काम ਉੱਥੇ नहीं ਮੁੱਕੇਗਾ। ਹੁਣ क्योंकि मेरा ਜਿਹੜਾ वादा आ जिस ਤੋਂ बरकत ਜਿਹੜਾ सारी
ਧਰਤੀ ਦੀ ਸੰਤਾਨ ਦੇ ਲਈ ਬਰਕਤ ਦਾ ਕਾਰਨ ਬਣਨਾ, ਉਹ ਤੇਰੇ ਕੋਲ ਆ। ਤੇਰੇ ਪੁਰਖੇ ਦੇ ਰਾਹੀਂ ਉਸਨੇ ਵਿਸ਼ਵਾਸ ਕੀਤਾ, ਮੈਂ ਉਸ ਨੂੰ ਉਚਿਤ ਠਹਿਰਾਇਆ ਔਰ ਉਸ ਦੇ ਵਿਸ਼ਵਾਸ ਦੇ ਨਾਲ ਹੀ ਮੈਂ ਉਸ ਨੂੰ ਚੁਣਿਆ। ਔਰ ਉਹ ਜਿਹੜਾ ਵਾਅਦਾ ਆ, ਹੁਣ ਉਸ ਵਾਅਦੇ ਨੂੰ ਅਸੀਂ ਲੈ ਕੇ ਅੱਗੇ ਚੱਲਾਂਗੇ। ਜਿਹੜਾ ਮੈਂ ਤੇ ਜਦ ਉਹਦੇ ਨਾਲ ਨੇਮ ਬੰਨਿਆ, ਹੁਣ ਮੈਂ ਤੈਨੂੰ ਉਸ ਨੇਮ ਦੇ ਵਿੱਚ ਤੂੰ ਆ, ਪਰ ਤੂੰ ਉੱਥੇ ਮਰ ਜਾਣਾ, ਪਰ ਮੈਂ ਤੇਰੀ ਸੰਤਾਨ ਦੇ ਨਾਲ, ਮੈਂ ਤੇਰੀ ਸੰਤਾਨ ਦੇ ਨਾਲ ਰਹਿਣਾ। ਸੋ ਇਹ ਮੇਨ ਚੀਜ਼ਾਂ ਸਾਨੂੰ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਉੱਥੇ ਮੈਂ ਕੀ ਪ੍ਰਭੂ ਨੇ ਕਿਹਾ, ਉਸ ਨੂੰ ਵੀ ਕਿਹਾ ਤੇਰੀ ਕੌਮ, ਉੱਥੇ ਤੇਰੀ ਇੱਕ ਕੌਮ ਵੱਡੀ ਕੌਮ ਬਣ ਕੇ ਨਿਕਲੇਗੀ ਔਰ ਉਹ ਉੱਥੋਂ ਬਹੁਤ ਧਨ ਮਾਲ ਲੈ ਕੇ ਨਿਕਲੇਗੀ। ਅਸੀਂ ਉਸੇ ਵਾਅਦੇ ਨੂੰ ਪੂਰਾ ਹੁੰਦਾ ਦੇਖਦੇ ਪਏ ਹਾਂ। ਜਦ ਤੱਕ ਅਸੀਂ ਕੂਚ ਦੇ ਐਂਡ ਤੱਕ, ਅਸੀਂ ਯਾਸ਼ੂਆ ਤੱਕ ਪਹੁੰਚ ਨਹੀਂ ਜਾਣਾ, ਅਸੀਂ ਉਹੀ ਵਾਅਦਾ ਪੂਰਾ ਹੁੰਦਾ ਜਿਹੜਾ ਅਬਰਾਹਮ ਨੂੰ ਦਿੱਤਾ ਹੈ, ਉਹ ਪੂਰਾ ਹੁੰਦਾ ਦੇਖਣਾ। ਸੋ ਅਸੀਂ ਕੀ ਪ੍ਰਭੂ ਨੂੰ ਕੋਈ ਕਾਹਲੀ ਪਈ? ਉਹਨੂੰ ਕੋਈ ਕਾਹਲੀ ਨਹੀਂ ਪਈ। ਪ੍ਰਭੂ ਨੂੰ ਇਸ ਧਰਤੀ ਤੇ ਮੇਰੇ ਕੋਲ ਕੀ ਹੈਗਾ ਤੇ ਕੀ ਨਹੀਂ ਹੈਗਾ, ਉਹਨੂੰ ਉਸਨੂੰ ਇਹਦੇ ਨਾਲ ਨਹੀਂ। ਅੱਜ ਦੀ ਰੋਟੀ ਤਨ ਲਈ, ਅੱਜ ਦੀ ਸੰਭਾਲ, ਅੱਜ ਦਾ ਰਹਿਮ, ਅੱਜ ਦੀ ਰੋਟੀ ਆਤਮਾ ਦੇ ਲਈ, ਔਰ ਬਾਕੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਉਹ ਮੈਨੂੰ ਦਿੰਦਾ ਜਾਏਗਾ। ਜੋ ਉਹਨੇ ਮੇਰੇ ਤੋਂ ਕਰਾਉਣਾ ਉਹਦੇ ਅਨੁਸਾਰ ਮੈਨੂੰ ਦਿੰਦਾ ਜਾਏਗਾ। ਇਸ ਤਰ੍ਹਾਂ ਸਾਡਾ ਪ੍ਰਭੂ ਕੰਮ ਕਰਦਾ ਪਿਆ। ਜਿਸ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਪੈਂਦੀ ਪਈ, ਇਹਨਾਂ ਨੂੰ ਮਿਲਦੀ ਪਈ ਕਿ ਨਹੀਂ? ਕੀ ਇਹ ਰੱਥ ਘੋੜੇ ਇਹਨੇ ਬਣਾਏ ਸਕੇ ਇਜਿਪਟ ਜਾਣ ਦੇ ਲਈ? ਉੱਥੇ ਦਾ ਰਾਜਾ ਘੱਲਦਾ ਪਿਆ, ਉੱਥੇ ਦਾ ਫੈਰੋ ਕਿਹਨਾਂ ਨੂੰ ਲੈਣ ਦੇ ਲਈ ਘੱਲਦਾ ਪਿਆ? ਆਜੜੀਆਂ ਨੂੰ। ਔਰ ਜਿਹੜੇ ਇਜਿਪਟ ਦੇ ਲੋਕ ਆ, ਉਹ ਆਜੜੀਆਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੇ ਆ ਐਕਚੁਅਲੀ। ਔਰ ਉਸਦਾ ਅਸੀਂ ਕਾਰਨ ਗਾਂ ਜਾ ਕੇ, ਜਿਸ ਲਈ ਅਸੀਂ ਕੂਚ ਦੇ 8ਵੇਂ ਚੈਪਟਰ 'ਚ ਪਹੁੰਚਾਂਗੇ, ਉੱਥੇ ਜਾ ਕੇ ਦੇਖਾਂਗੇ। ਪ੍ਰਭੂ ਨੇ ਇੱਕ ਬਹੁਤ ਹੀ ਅਜੀਬ ਕੰਮ ਕੀਤਾ ਹੈ ਕਿ ਉਹ ਆਜੜੀਆਂ ਦੇ ਨਾਲ, ਆਜੜੀਆਂ ਦੇ ਮੁੰਡੇ ਨੂੰ ਉਸਨੇ ਉਹ ਜਗ੍ਹਾ ਦਿੱਤੀ ਸਪੈਸ਼ਲ, ਔਰ ਆਜੜੀਆਂ ਦੇ ਪਰਿਵਾਰ ਦੇ ਲਈ ਉਸਨੇ ਸ਼ਾਹੀ ਉੱਥੇ ਆਪਣੇ ਗੱਡੇ ਘੱਲੇ ਆ, ਘੋੜੇ ਘੱਲੇ ਉਹਨਾਂ ਨੂੰ ਲੈਣ। And Egyptian ਲੋਕ hated shepherds. Shepherds ਨੂੰ ਉਹ ਬਹੁਤ ਨਫ਼ਰਤ ਕਰਦੇ ਸੀ, ਔਰ ਕਿਉਂਕਿ ਉਹਨਾਂ ਦਾ ਇਤਿਹਾਸ ਦੇ ਵਿੱਚ ਇੱਕ ਐਸੀ ਚੀਜ਼ ਹੋਈ ਸੀ ਜਿਸ ਦੇ ਕਾਰਨ ਉਹ ਕਰਦੇ ਸੀ। ਮੈਂ ਅੱਜ ਵੀਡੀਓ ਤੁਹਾਡੇ ਲਈ ਤਿਆਰ ਰੱਖੀ ਸੀ, ਪਰ ਆਪਾਂ ਦੇਖ ਨਹੀਂ ਸਕੇ। ਉਸ ਵੀਡੀਓ ਨੂੰ ਦੇਖ ਕੇ ਫਿਰ ਉਹਦੇ ਵਿੱਚੋਂ ਆਪਾਂ ਦੇਖਾਂਗੇ। ਸੋ ਉਸ ਨੂੰ ਲੈ ਕੇ ਗਾਂ ਤੁਰ ਪਿਆ। ਹੁਣ ਉਸਦੇ ਨਾਲ ਅਸੀਂ ਜਿਸ ਵੇਲੇ ਆਉਂਦੇ ਆ 12ਵੀਂ ਆਇਤ ਦੇ ਉੱਤੇ ਆ ਜਾਂਦੇ ਆ। ਸੋ ਯਹੂਦਾ ਦੇ ਪੁੱਤਰਾਂ ਦੇ ਨਾਂ ਇਹ ਸਨ: ਏਰ, ਓਨਾਨ, ਸੇਲਾ, ਫਰਸ ਅਤੇ ਜਾਰਾ। ਏਰ ਅਤੇ ਓਨਾਨ ਕਨਾਨ ਦੇ ਵਿੱਚ ਹੀ ਮਰ ਗਏ ਸਨ, ਅਤੇ ਫਰਸ਼ ਦਾ ਪੁੱਤਰ, ਜਾਣੀ ਕਿ ਜਿਹੜਾ ਉਸਦਾ ਪੁੱਤਰ ਪੈਦਾ ਹੋਇਆ ਸੀ, ਫਰਸ਼ ਦੇ ਪੁੱਤਰ ਹਸਰੂਨ ਅਤੇ ਹਾਮੂਲ ਸਨ। ਸੋ ਹਸਰੂਨ ਤੱਕ ਹੁਣ ਜਿਹੜੀ ਬਲੱਡ ਲਾਈਨ ਆ ਪ੍ਰਭੂ ਯਿਸੂ ਮਸੀਹ ਦੀ, ਉਹ ਪਹੁੰਚ ਗਈ ਹੈ। ਸੋ ਹਸਰੂਨ ਉੱਥੋਂ ਆ ਰਿਹਾ, ਜੋ ਕਿ ਯਾਕੂਬ ਦਾ ਪੋਤਾ ਹੈ, ਪੜਪੋਤਾ ਹੈ। ਸੋ ਪੜਪੋਤੇ ਉਸਨੇ ਆਪਣੇ ਦੇਖੇ, ਜਿਨ੍ਹਾਂ ਨੂੰ ਉਹ ਨਾਲ ਲੈ ਕੇ ਆ ਰਿਹਾ। ਸੋ ਸਾਰਿਆਂ ਦੀ ਗਿਣਤੀ ਮਿਲਾ ਕੇ ਇੱਥੇ 70 ਆ, ਜਿਨ੍ਹਾਂ ਦੇ ਨਾਲ ਉਹ ਇਜਿਪਟ ਦੇ ਵਿੱਚ ਆਏ ਆ। ਸੋ ਆਓ ਅਸੀਂ ਇਸ ਦੀ 28 ਆਇਤ ਤੋਂ ਲੈ ਕੇ ਜਿਹੜੇ ਬਾਕੀ ਦੀਆਂ ਆਇਤਾਂ ਇਸ ਨੂੰ ਦੇਖੀਏ। ਹਾਂ, ਇਹਦੀ 28 ਤੋਂ ਲੈ ਕੇ ਚੈਪਟਰ ਖਤਮ ਕਰੀਏ। ਯਾਕੂਬ ਅਤੇ ਉਸਦਾ ਟੱਬਰ ਮਿਸਰ ਵਿੱਚ। ਯਾਕੂਬ ਨੇ ਆਪਣੇ ਪੁੱਤਰ ਯਹੂਦਾ ਨੂੰ ਆਪਣੇ ਅੱਗੇ ਯੂਸਫ ਕੋਲ ਘੱਲਿਆ ਕਿ ਉਹ ਆ ਕੇ ਉਹਨਾਂ ਨੂੰ ਗੋਸ਼ਾਨ ਵਿੱਚ ਮਿਲੇ। ਇਸ ਲਈ ਜਦੋਂ ਉਹ ਗੋਸ਼ਾਨ ਦੀ ਥਾਂ ਤੇ ਪਹੁੰਚ ਗਏ ਤਾਂ ਯੂਸਫ ਨੇ ਆਪਣਾ ਰੱਥ ਤਿਆਰ ਕੀਤਾ ਅਤੇ ਅਗਲਵੰਡੀ ਆਪਣੇ ਪਿਤਾ ਨੂੰ ਗੋਸ਼ਾਨ ਦੀ ਥਾਂ ਤੇ ਮਿਲਣ ਗਿਆ। ਆਪਣੇ ਪਿਤਾ ਇਸਰਾਏਲ ਨੂੰ ਮਿਲਣ ਤੇ ਉਹ ਜਾਂਦਾ ਹੀ ਉਸ ਦੇ ਗਲ ਲੱਗ ਗਿਆ ਅਤੇ ਕਾਫੀ ਚਿਰ ਤੱਕ ਰੋਂਦਾ ਰਿਹਾ। ਯਾਕੂਬ ਨੇ ਯੂਸਫ ਨੂੰ ਕਿਹਾ, ਮੈਂ ਹੁਣ ਤੇਰਾ ਮੂੰਹ ਦੇਖ ਲਿਆ ਹੈ ਕਿ ਤੂੰ ਜਿਉਂਦਾ ਹੈ, ਹੁਣ ਮੈਂ ਮਰਨ ਲਈ ਤਿਆਰ ਹਾਂ।
ਤਦ ਯੂਸਫ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰ ਲੋਕਾਂ ਨੂੰ ਕਿਹਾ, ਮੈਂ ਹੁਣ ਮਿਸਰ ਦੇ ਰਾਜਾ ਕੋਲ ਜਾਂਦਾ ਹਾਂ ਅਤੇ ਉਸ ਨੂੰ ਦੱਸਦਾ ਹਾਂ ਕਿ ਕਨਾਨ ਤੋਂ ਮੇਰੇ ਭਰਾ ਅਤੇ ਪਿਤਾ ਦਾ ਸਾਰਾ ਟੱਬਰ ਮੇਰੇ ਕੋਲ ਆ ਗਿਆ ਹੈ। ਮੈਂ ਉਸ ਨੂੰ ਦੱਸਾਂਗਾ ਕਿ ਤੁਸੀਂ ਪੇਸ਼ੇ ਵੱਲੋਂ ਚਰਵਾਹੇ ਹੋ ਅਤੇ ਆਪਣਾ ਸਾਰਾ ਇੱਜੜ ਅਤੇ ਮਾਲ ਡੰਗਰ ਲੈ ਆਏ ਹੋ। ਇਸ ਲਈ ਜਦੋਂ ਰਾਜਾ ਤੁਹਾਨੂੰ ਬੁਲਾ ਕੇ ਪੁੱਛੇ ਕਿ ਤੁਹਾਡਾ ਪੇਸ਼ਾ ਕੀ ਹੈ, ਤਾਂ ਤੁਸੀਂ ਉਸ ਨੂੰ ਦੱਸ ਦੇਣਾ ਕਿ ਅਸੀਂ ਜੀਵਨ ਭਰ ਆਪਣੇ ਪੁਰਖਿਆਂ ਵਾਂਗ ਚਰਵਾਹੇ ਹਾਂ। ਇਹ ਹੋਣ ਤੇ ਉਹ ਤੁਹਾਨੂੰ ਗੋਸ਼ਾਨ ਦੇ ਇਲਾਕੇ ਵਿੱਚ ਹੀ ਰਹਿਣ ਦੇਵੇਗਾ। ਯੂਸਫ ਨੇ ਇਹ ਸਭ ਕਿਹਾ ਕਿਉਂਕਿ ਮਿਸਰੀ ਲੋਕ ਚਰਵਾਹਿਆਂ ਨਾਲ ਲੈਣ ਦੇਣ ਨਹੀਂ ਕਰਦੇ ਸਨ। ਮਿਸਰੀ ਲੋਕ ਚਰਵਾਹਿਆਂ ਦੇ ਨਾਲ ਲੈਣ ਦੇਣ ਨਹੀਂ ਕਰਦੇ ਸੀ। ਇਸ ਤੋਂ ਪਹਿਲੀ ਜਿਹੜੀ ਡਾਇਨੈਸਟੀ ਸੀ ਉਹਦੇ ਵਿੱਚ ਕਨਾਨ ਤੋਂ ਹੀ ਚਰਵਾਹੇ ਆਏ ਸੀ, ਜਿਹਨਾਂ ਨੂੰ ਹਿਕਸੋ ਕਿਹਾ ਜਾਂਦਾ ਸੀ। ਔਰ ਉਹਨਾਂ ਨੇ ਹੌਲੀ 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 ਉਹਨਾਂ ਦੀ ਜਿਸਲੇ ਗਿਣਤੀ ਵੱਧ ਗਈ ਤਾਂ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਨੀਲ ਦਰਿਆ ਦੇ ਕੰਢੇ 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 ਆਪਣੇ ਪਿੰਡ ਵਸਾ ਲਏ ਔਰ ਉਹਨਾਂ ਨੇ ਇਜਿਪਟ ਦੇ ਲੋਕਾਂ ਨੂੰ ਆਰਾਮ ਪ੍ਰਸਤੀ ਦੇ ਵਿੱਚ ਪਾ ਦਿੱਤਾ। ਹੌਲੀ ਹੌਲੀ ਉਹ ਫੌਜ ਦੇ ਵਿੱਚ ਵੜ ਗਏ ਔਰ ਫਿਰ ਉਹਨਾਂ ਨੇ ਹਮਲਾ ਕਰਕੇ ਬਹੁਤ ਸਾਰੇ ਇਜਿਪਸ਼ੀਅਨ ਮਾਰ ਦਿੱਤੇ ਔਰ ਗੱਦੀ ਦੇ ਉੱਤੇ ਰਾਜ ਕਰ ਲਿਆ ਸੀ। ਇਸ ਕਰਕੇ ਕੱਲ ਨੂੰ ਅਸੀਂ ਡਾਕੂਮੈਂਟਰੀ ਦੇਖਾਂਗੇ। ਇਸ ਕਰਕੇ ਜਿਸਲੇ ਇਹਨਾਂ ਨੇ ਮੁੜ ਕੇ ਉੱਥੋਂ ਹਿਕਸੋ ਕੱਢ ਦਿੱਤੇ ਸੀਗੇ ਔਰ ਮੁੜ ਕੇ ਇਜਿਪਸ਼ੀਅਨ ਜਿਹੜੇ ਰਾਜੇ ਸੀਗੇ ਉਹਨਾਂ ਦਾ ਰਾਜ ਮੁੜ ਕੇ ਸਥਾਪਿਤ ਹੋਇਆ, ਤਾਂ ਉਹਨਾਂ ਦੇ ਜਿਹੜੇ ਲੋਕ ਸੀਗੇ ਉਹ ਉਸ ਤੋਂ ਬਾਅਦ ਚਰਵਾਹਿਆਂ ਨੂੰ ਨਫ਼ਰਤ ਬਹੁਤ ਕਰਦੇ ਸੀ। ਚਰਵਾਹਿਆਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ ਸੀ। ਪ੍ਰਭੂ ਨੇ ਇਹ ਇੱਕ ਬਹੁਤ ਹੀ ਵੱਡਾ ਕੰਮ ਕੀਤਾ ਕਿ ਸ਼ੇਰ ਦਿਆਂ ਦੰਦਾਂ ਦੇ ਵਿੱਚ ਉਹ ਆਪਣੀ ਕੌਮ ਨੂੰ ਪਾਲ ਗਿਆ। ਉਹ ਉੱਥੇ ਉਹਨਾਂ ਨੂੰ ਪਾਲ ਰਿਹਾ ਔਰ ਉੱਥੇ ਉਹਨਾਂ ਨੂੰ ਵਧਾ ਰਿਹਾ ਜਿੱਥੇ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਪਏ। ਔਰ ਅੱਜ ਵੀ ਇਜ਼ਰਾਈਲ ਉੱਥੇ ਬਸਿਆ ਆ ਜਿੱਥੇ ਸਾਰੇ ਆਲੇ ਦੁਆਲੇ ਦੇ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਪਏ। ਔਰ ਇਸੇ ਕਰਕੇ ਪ੍ਰਭੂ ਪ੍ਰਭੂ ਆ, ਕਿਉਂਕਿ ਉਹ ਏਦਾਂ ਦੇ ਕੰਮ ਕਰਦਾ। ਉਹ ਕਮਜ਼ੋਰਾਂ ਨੂੰ ਵਧਾਉਂਦਾ ਬਣਾਉਂਦਾ, ਲੇਕਿਨ ਤਾਕਤ ਆਪ ਹੁੰਦਾ। ਤਾਕਤ ਉਹਨਾਂ ਦੀ ਆਪ ਹੁੰਦਾ। ਸਾਡੀ ਤਾਕਤ ਜੋ ਆ ਸਾਡਾ ਪ੍ਰਭੂ ਆਪ। ਜਿਹੜੇ ਇਜਿਪਟ ਦੇ ਲੋਕ ਆ, ਮਿਸਰੀ ਲੋਕ ਆ, ਉਹ ਨਫ਼ਰਤ ਕਰਦੇ ਆ, ਲੇਕਿਨ ਪ੍ਰਭੂ ਨੇ ਇੱਕ ਐਸਾ ਕੰਮ ਕੀਤਾ ਕਿ ਇੱਕ ਆਜੜੀ ਮੁੰਡੇ ਤੋਂ ਉਹਨਾਂ ਦੀ ਜਾਨ ਬਚਾਤੀ ਸਾਰਿਆਂ ਦੀ। ਉਸ ਆਜੜੀ ਮੁੰਡੇ ਨੇ ਉਹਨਾਂ ਨੂੰ ਹੁਣ ਅੱਗੇ, ਉਹ ਇਜਿਪਟ ਇੱਕ ਕੰਟਰੀ ਆ, ਲੇਕਿਨ ਹੁਣ ਉਸ ਨੂੰ ਉਸ ਇਲਾਕੇ ਦਾ ਸਭ ਤੋਂ ਮਜ਼ਬੂਤ ਕੰਟਰੀ ਉਸਨੇ ਬਣਾ ਦਿੱਤਾ। ਸੋ ਇਸ ਕਰਕੇ ਉਹਨਾਂ ਦੇ ਮੂੰਹ ਦੇ ਵਿੱਚ, ਉਹਨਾਂ ਦੇ ਨੱਕ ਦੇ ਵਿੱਚ ਇੱਕ ਐਸੀ ਨੱਥ ਪ੍ਰਭੂ ਨੇ ਪਾਈ ਆ, ਦੰਦ ਐਸੇ ਖੱਟੇ ਕੀਤੇ ਆ, ਜੀਭ ਐਸੀ ਟੁੱਕੀ ਆ ਕਿ ਬੋਲ ਨਹੀਂ ਸਕਦੇ, ਕਿਉਂਕਿ ਉਹ ਜਾਣਦੇ ਆ ਕਿ ਜਿਹੜੇ ਸਾਡੇ 12 ਦੇਵਤੇ ਆ ਵੱਡੇ, ਉਹਨਾਂ ਦੇ ਉਹ ਕੁਛ ਵੀ ਨਹੀਂ ਹੈ, ਉਹ ਕੁਛ ਨਹੀਂ ਹੈਗੇ। ਜੋ ਇਹਦੇ ਕੋਲ, ਜੋ ਇਹਨਾਂ ਦਾ ਪਰਮੇਸ਼ਵਰ, ਜੋ ਇਹਨਾਂ ਆਜੜੀਆਂ ਦਾ ਪਰਮੇਸ਼ਵਰ। ਸੋ ਇਹ ਮੇਨ ਚੀਜ਼ ਆ। ਸੋ ਆਓ 47ਵਾਂ ਚੈਪਟਰ, ਇਸ ਨੂੰ ਅਸੀਂ 1 ਆਇਤ ਤੋਂ ਲੈ ਕੇ 12 ਆਇਤ ਤੱਕ ਦੇਖੀਏ। ਫਿਰ ਜੋਸਫ ਨੇ ਜਾ ਕੇ ਫਰਾਉਨ ਰਾਜਾ ਨੂੰ ਕਿਹਾ, ਮੇਰੇ ਪਿਤਾ ਅਤੇ ਭਰਾ ਆਪਣੇ ਸਭ ਮਾਲ ਮੱਤੇ ਅਤੇ ਜਾਨਵਰਾਂ ਸਮੇਤ ਕਨਾਨ ਤੋਂ ਇੱਥੇ ਪਹੁੰਚ ਗਏ ਹਨ। ਉਹ ਇਸ ਵੇਲੇ ਗੁਸ਼ਾਨ ਦੀ ਥਾਂ ਤੇ ਹਨ। ਉਸਨੇ ਆਪਣੇ 5 ਭਰਾਵਾਂ ਨੂੰ ਰਾਜਾ ਦੇ ਸਾਹਮਣੇ ਪੇਸ਼ ਕੀਤਾ। ਰਾਜਾ ਨੇ ਉਹਨਾਂ ਤੋਂ ਪੁੱਛਿਆ, ਤੁਹਾਡਾ ਪੇਸ਼ਾ ਕੀ ਹੈ? ਜੋਸਫ ਦੇ ਭਰਾਵਾਂ ਨੇ ਉੱਤਰ ਦਿੱਤਾ, ਅਸੀਂ ਆਪਣੇ ਪੁਰਖਿਆਂ ਵਾਂਗ ਚਰਵਾਹੇ ਹਾਂ। ਅਸੀਂ ਇੱਥੇ ਰਹਿਣ ਲਈ ਆਏ ਹਾਂ। ਕਨਾਨ ਦੇਸ਼ ਵਿੱਚ ਵੀ ਭਿਅੰਕਰ ਕਾਲ ਪਿਆ ਹੋਇਆ ਹੈ ਅਤੇ ਉੱਥੇ ਸਾਡੇ ਇੱਜੜਾਂ ਲਈ ਚਰਾਂਦਾ ਨਹੀਂ ਹਨ। ਤੁਸੀਂ ਸਾਨੂੰ ਗੁਸ਼ਾਨ ਦੇ ਇਲਾਕੇ ਵਿੱਚ ਰਹਿਣ ਦੀ ਆਗਿਆ ਦੇ ਦੇਵੋ। ਫਰਾਉਨ ਨੇ ਜੋਸਫ ਨੂੰ ਕਿਹਾ, ਦੇਖ ਤੇਰਾ ਪਿਤਾ ਅਤੇ ਭਰਾ ਆ ਗਏ ਹਨ। ਸਾਰੇ ਮਿਸਰ ਦੀ ਧਰਤੀ ਤੇਰੇ ਸਾਹਮਣੇ ਹੈ। ਜਿੱਥੇ ਤੂੰ ਚਾਹੇ ਇਹਨਾਂ ਨੂੰ ਰੱਖ।
ਜੇ ਤੂੰ ਚਾਹੇ ਤਾਂ ਗੁਸ਼ਾਨ ਵਿੱਚ ਹੀ ਇਹਨਾਂ ਨੂੰ ਬਸ ਜਾਣ ਦੇ। ਜੇਕਰ ਤੁਹਾਡੇ ਲੋਕਾਂ ਵਿੱਚ ਕੁਝ ਸਿਆਣੇ ਆਦਮੀ ਹਨ ਤਾਂ ਉਹਨਾਂ ਨੂੰ ਮੇਰੇ ਮਾਲ ਡੰਗਰ ਦਾ ਪ੍ਰਬੰਧ ਵੀ ਸੌਂਪ ਦੇ। ਜੋਸਫ ਨੇ ਆਪਣੇ ਪਿਤਾ ਨੂੰ ਵੀ ਫਰਾਉਨ ਰਾਜਾ ਨੂੰ ਮਿਲਾਇਆ ਤੇ ਯਾਕੂਬ ਨੇ ਰਾਜਾ ਨੂੰ ਅਸੀਸ ਦਿੱਤੀ। ਰਾਜਾ ਨੇ ਯਾਕੂਬ ਤੋਂ ਪੁੱਛਿਆ, ਤੁਹਾਡੀ ਉਮਰ ਕਿੰਨੀ ਹੈ? ਯਾਕੂਬ ਨੇ ਉੱਤਰ ਦਿੱਤਾ, ਮੇਰੇ ਜੀਵਨ ਦਾ ਸਫ਼ਰ ਅੱਜ ਤੱਕ 130 ਸਾਲ ਹੈ। ਮੇਰੇ ਜੀਵਨ ਦੇ ਸਫ਼ਰ ਦੇ ਦਿਨ ਉਨੇ ਲੰਮੇ ਅਤੇ ਚੰਗੇ ਨਹੀਂ ਹਨ ਜਿੰਨੇ ਮੇਰੇ ਪੁਰਖਿਆਂ ਦੇ ਸਨ। ਇਹ ਕਹਿ ਕੇ ਉਸਨੇ ਫਿਰ ਰਾਜਾ ਨੂੰ ਅਸੀਸ ਦੇ ਕੇ ਉਸ ਤੋਂ ਵਿਦਾ ਲਈ। ਯੂਸਫ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਰਾਜਾ ਦੇ ਕਹੇ ਅਨੁਸਾਰ ਮਿਸਰ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦਾ ਇਲਾਕਾ ਦਿੱਤਾ। ਯੂਸਫ ਨੇ ਆਪਣੇ ਪਿਤਾ ਦੇ ਟੱਬਰ ਦੇ ਹਰ ਜੀਅ ਨੂੰ ਖਾਣ ਲਈ ਭੋਜਨ ਦਿੱਤਾ। ਸੋ ਅਸੀਂ ਦੇਖੋ ਕੀ ਦੇਖਦੇ ਪਏ ਪ੍ਰਭੂ ਦੇ ਵਚਨ ਦੇ ਵਿੱਚ, ਰਾਜਾ ਦੇ ਸਾਹਮਣੇ ਪੇਸ਼ ਹੋਇਆ। ਰਾਜਾ ਆਪਣੇ ਆਪ ਨੂੰ ਧਰਤੀ ਤੇ ਪਰਮੇਸ਼ਵਰ ਕਹਿੰਦਾ। That was Pharaoh means. ਉਹ ਧਰਤੀ ਦੇ ਉੱਤੇ ਪਰਮੇਸ਼ਵਰ ਆ, ਉਹ ਰਾਹ ਦਾ ਅਵਤਾਰ ਆ। ਜਿਹੜਾ ਉਹਨਾਂ ਦਾ ਦੇਵਤਾ ਰਾਹ ਆ, ਉਹ ਉਸ ਦਾ ਅਵਤਾਰ ਆ। ਔਰ ਉਹਨੂੰ ਯਾਕੂਬ ਅਸੀਸ ਦਿੰਦਾ। ਉਹ ਰਾਜਾ ਜਿਸ ਦੇ ਪੁਰਖਿਆਂ ਨੂੰ ਇੱਕ ਵੇਲੇ 100 ਆਜੜੀਆਂ ਨੇ ਮਾਰਿਆ ਸੀ, ਉਸ ਤੋਂ ਬਾਅਦ 100 ਜਿਹੜੇ ਆਜੜੀ ਸੀਗੇ ਉਹਨਾਂ ਨੇ ਦੇਸ਼ ਦੇ ਉੱਤੇ ਕੰਟਰੋਲ ਕਰ ਲਿਆ ਸੀ। ਔਰ ਉਹਨਾਂ ਨੂੰ ਆਜੜੀਆਂ ਤੋਂ ਨਫ਼ਰਤ ਆ, ਕਨਾਨੀਆਂ ਤੋਂ ਨਫ਼ਰਤ। ਦੇਖੋ ਪ੍ਰਭੂ ਕਿੱਦਾਂ ਮਨਾਂ ਨੂੰ ਬਦਲਦਾ, ਦਿਨਾਂ ਨੂੰ ਕਿੱਦਾਂ ਬਦਲਦਾ। ਔਰ ਉਹ ਫੈਰੋ ਨੂੰ ਜਿਸ ਦੇ ਚਿਹਰੇ ਵੱਲ ਕੋਈ ਨਹੀਂ ਦੇਖ ਸਕਦਾ, ਫੈਰੋ ਦੇ ਚਿਹਰੇ ਵੱਲ ਕੋਈ ਨਹੀਂ ਦੇਖ ਸਕਦਾ, ਉਹ ਉਸਨੂੰ ਅਸੀਸ ਦੇ ਗਿਆ। ਏਦਾਂ ਦੇ ਕੰਮ ਸਿਵਾਏ ਪਰਮੇਸ਼ਰ ਤੋਂ ਹੋਰ ਕੋਈ ਨਹੀਂ ਕਰਦਾ। ਜਿਉਂਦਾ ਪਰਮੇਸ਼ਰ ਏਦਾਂ ਦੇ ਕੰਮ ਕਰਦਾ। ਇੱਥੇ ਵੀ ਤੂੰ ਜਾਏਗਾ, ਮੈਂ ਤੇਰੇ ਨਾਲ ਹੋਊਂਗਾ। ਇਹ ਉਸਨੇ ਵਾਅਦਾ ਕੀਤਾ, ਮੈਂ ਤੇਰੇ ਨਾਲ ਰਹੂੰਗਾ। ਪਰ ਇਹ ਵਾਅਦਾ ਨਹੀਂ ਕੀਤਾ ਕਿ ਮੈਂ ਤੈਨੂੰ ਸਪੰਜ ਦੇ ਉੱਤੇ ਬਿਠਾ ਕੇ ਰੱਖੂੰਗਾ। ਇਹ ਉਸਦਾ ਜਿਹੜਾ ਕਰਮ ਆ ਕਿ ਜਿਹੜਾ ਉਸਨੇ ਸਾਡੇ ਨਾਲ ਨੇਮ ਬੰਨਿਆ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ, ਤੇ ਇੱਕ ਨੇਮ ਸੀ, ਮੈਂ ਤੈਨੂੰ ਘਰ ਲੈ ਕੇ ਜਾਊਂਗਾ, ਮੇਰੇ ਘਰ ਦੇ ਵਿੱਚ ਤੇਰੇ ਲਈ ਬਹੁਤ ਥਾਂ। ਹੁਣ ਉਸ ਘਰ ਦੇ ਯੋਗ ਸਾਨੂੰ ਬਣਾਉਣਾ ਉਹਦਾ ਕੰਮ। ਹਰ ਦੁੱਖ ਜਿਹਦੇ ਵਿੱਚੋਂ ਦੀ ਅਸੀਂ ਲੰਘਦੇ ਹਾਂ, ਹਰ ਸੁੱਖ ਜੋ ਸਾਨੂੰ ਇੱਥੇ ਮਿਲਦਾ, ਹਰ ਬਰਕਤ ਜੋ ਸਾਨੂੰ ਦਿੰਦਾ, ਉਹ ਇਸ ਕਰਕੇ ਦਿੰਦਾ ਔਰ ਇਸ ਕਰਕੇ ਉਸ ਸਮੇਂ ਦੇ ਵਿੱਚ ਵੀ ਨਿਭਾਉਂਦਾ ਕਿ ਉਹ ਸਾਨੂੰ ਘਰ ਦੇ ਲਈ ਤਿਆਰ ਕਰਦਾ। ਕਿਉਂਕਿ ਸਾਡੇ ਕੋਲ ਦੂਜਾ ਮੌਕਾ ਹੈ ਨਹੀਂ, ਸਾਡੇ ਕੋਲ ਇਹੋ ਹੀ ਮੌਕਾ ਹੈ। ਇਹਦੇ ਵਿੱਚ ਹੀ ਸਾਨੂੰ ਤਿਆਰ ਹੋਣਾ ਪੈਣਾ। ਸਾਨੂੰ ਇਹ ਨਹੀਂ ਹੈਗਾ ਕਿ ਇਸ ਤੋਂ ਬਾਅਦ ਇੱਕ ਹੋਰ ਮੌਕਾ ਆ ਧਰਤੀ ਤੇ ਫੇਰ ਆਉਣਾ ਤੇ ਫੇਰ ਅਸੀਂ ਤਿਆਰ ਹੋਣਾ। ਸਾਡੇ ਕੋਲ ਇਹੋ ਹੀ ਮੌਕਾ। ਸੋ ਇਹਦੇ ਵਿੱਚ ਦੀ ਉਹ ਸਾਨੂੰ ਤਿਆਰ ਕਰਕੇ ਲੈ ਕੇ ਜਾਂਦਾ। ਸੋ ਇਹਦੇ ਵਿੱਚ ਬਹੁਤ ਹਮਲੇ ਹੁੰਦੇ ਆ। ਜਿਸ ਤਰ੍ਹਾਂ ਉਸਨੇ ਬਲੀਆਂ ਚੜਾਈਆਂ ਸੀ ਤੇ ਕਾਂ ਤੇ ਜਿਹੜੇ ਦੂਸਰੇ ਜਾਨਵਰ ਸੀ ਹਮਲਾ ਕਰਦੇ ਸੀ, ਖਾਣ ਨੂੰ ਆਉਂਦੇ ਸੀ, ਉਹ ਉਡਾਈ ਜਾਂਦਾ ਸੀ। ਉਹਨਾਂ ਨੂੰ ਉਡਾਉਣਾ ਸਾਡਾ ਕੰਮ, ਉਹਨਾਂ ਨੂੰ ਉਡਾਉਣਾ ਸਾਡਾ ਕੰਮ ਤਾਂ ਕਿ ਸਾਡੀ ਜਿਹੜੀ ਬਲੀ ਆ ਉਹ ਪਵਿੱਤਰ ਰਹੇ। ਔਰ ਬਲੀ ਸਾਡੀ ਆਪਣੀ ਇਹ ਆਤਮਾ ਹੈ, ਸਾਡੀ ਬਲੀ। ਔਰ ਸਾਡਾ ਪ੍ਰਭੂ ਇਸ ਤਰ੍ਹਾਂ ਸਾਡੇ ਨਾਲ ਬਣ ਕੇ ਰਹਿੰਦਾ ਸੀ। ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਤਾਂ ਉਸਨੇ ਇੱਕ ਚੀਜ਼ ਬੜੀ ਪਿਆਰੀ ਕਿ ਮੈਂ ਜਿਸ ਤਰ੍ਹਾਂ ਮੈਂ ਪਰਮੇਸ਼ਵਰ ਦੇ ਵਿੱਚ ਹਾਂ, ਮੈਂ ਤਾਂ ਪਰਮੇਸ਼ਵਰ ਜਿਸ ਨੂੰ ਤੁਸੀਂ ਬਾਪ ਨੂੰ, ਮੈਂ ਤੇ ਬਾਪ ਇੱਕੋ ਹੀ ਹਾਂ।
जिसने मैनू देखा उसने बाप नूं देखा। लेकिन उस तो अगे भी एक चीज़ हैगी आ जिहड़ी प्रभु ने जिहड़ी सानू बरकत के रूप दे विच उसने दित्ती है, और उस दे विच असीं उस कल नूं देखांगे। लेकिन आओ हुण असीं देखीए कि काल दी हालत हुण की हो चुकी है। जिहड़ा अकाल पिया आ उसदी किन्नी बुरी हालत आ, और अज जिहड़े एडे एडे वड्डे मैन्यूमेंट असीं देखदे पए, और इन्ना धन उन्हां को आया कित्थों कि उन्हां ने एडे एडे वड्डे वड्डे मैन्यूमेंट पिरामिड बनाए हो। और उत्थे एक वैली आ, उसनूं कहंदे वैली ऑफ द किंग्स। वो जिहड़ा पहाड़ आ वो कुदरती तौर ते एक पिरामिड वर्गा है। उस पहाड़ दे अंदर खोद खोद के इन्हां राजियां दीयां कबरां बनाईयां गईयां, और वो देखण वाली। इन्ना पैसा इन्हां को धन आया कित्थों, इन्ना सोना इन्हां को आया कित्थों कि एक राजे दा जिहड़ा कॉफन आ वो सारे दा सारा सोने दा बनिया। कित्थों आया? इजिप्ट से सोना निकलता भी नहीं, उन्हां दे कोल कोई खान नहीं उत्थे सोने दी। पर इन्ना सोना कित्थों आया? आओ हुण असीं उस नूं पढ़ीए, उस हिस्से नूं पढ़ीए। मेरे नाल 13 आयत तो लैके असीं 26 आयत तक देख। ਅਕਾਲ ਨੇ ਬਹੁਤ ਭਿਅੰਕਰ ਰੂਪ ਧਾਰ ਲਿਆ ਸੀ। ਲੋਕ ਭੋਜਨ ਲਈ ਹਰ ਥਾਂ ਤਰਸ ਰਹੇ ਸਨ। ਮਿਸਰ ਅਤੇ ਕਨਾਨ ਦੀ ਧਰਤੀ ਸੋਕੇ ਦਾ ਸ਼ਿਕਾਰ ਹੋ ਚੁੱਕੀ ਸੀ। ਜੋਸਫ ਨੇ ਸਾਰੇ ਮਿਸਰ ਤੇ ਕਨਾਨ ਦਾ ਸਾਰਾ ਧਨ ਅਨਾਜ ਵੇਚ ਕੇ ਇਕੱਠਾ ਕਰ ਲਿਆ ਸੀ। ਇਹ ਸਾਰਾ ਧਨ ਉਸ ਨੇ ਰਾਜਾ ਫਰਾਉਨ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ। ਜਦੋਂ ਮਿਸਰੀਆਂ ਅਤੇ ਕਨਾਨੀਆਂ ਦਾ ਧਨ ਖਤਮ ਹੋ ਗਿਆ ਤਾਂ ਉਹ ਜੋਸਫ ਕੋਲ ਫਿਰ ਵੀ ਆਏ ਅਤੇ ਬੋਲੇ, ਸਾਡਾ ਧਨ ਖਤਮ ਹੋ ਗਿਆ ਹੈ, ਅਸੀਂ ਤੁਹਾਡੇ ਸਾਹਮਣੇ ਮਰ ਜਾਵਾਂਗੇ, ਸਾਨੂੰ ਭੋਜਨ ਦੇਵੋ। ਪਰ ਜੋਸਫ ਨੇ ਉੱਤਰ ਦਿੱਤਾ, ਜੇਕਰ ਤੁਹਾਡੇ ਕੋਲ ਧਨ ਨਹੀਂ ਹੈ ਤਾਂ ਤੁਸੀਂ ਆਪਣਾ ਮਾਲ ਡੰਗਰ ਲਿਆ ਸਕਦੇ ਹੋ, ਤਾਂ ਮੈਂ ਬਦਲੇ ਵਿੱਚ ਤੁਹਾਨੂੰ ਅਨਾਜ ਦੇਵਾਂਗਾ। ਇਸ ਲਈ ਲੋਕ ਜੋਸਫ ਕੋਲ ਆਪਣੇ ਜਾਨਵਰ, ਪਸ਼ੂ, ਘੋੜੇ, ਇੱਜੜ ਅਤੇ ਖੋਤੇ ਲੈ ਕੇ ਆਏ, ਜਿਨ੍ਹਾਂ ਦੇ ਬਦਲੇ ਉਸਨੇ ਉਹਨਾਂ ਨੂੰ ਭੋਜਨ ਦਿੱਤਾ। ਇਸ ਤਰ੍ਹਾਂ 1 ਸਾਲ ਨਿਕਲ ਗਿਆ। ਉਹ ਲੋਕ ਫਿਰ ਜੋਸਫ ਕੋਲ ਆਏ ਅਤੇ ਬੋਲੇ, ਹੇ ਮਾਲਕ, ਸਾਡੇ ਬਾਰੇ ਤੁਹਾਡੇ ਤੋਂ ਕੁਝ ਲੁਕਿਆ ਨਹੀਂ, ਸਾਡੇ ਕੋਲ ਕੋਈ ਧਨ ਨਹੀਂ ਰਿਹਾ, ਹੁਣ ਤਾਂ ਸਾਡਾ ਮਾਲ ਡੰਗਰ ਵੀ ਤੁਹਾਡਾ ਹੈ, ਸਾਡੇ ਕੋਲ ਕੁਝ ਬਾਕੀ ਨਹੀਂ ਰਿਹਾ ਸਿਵਾਏ ਸਾਡੇ ਸਰੀਰਾਂ ਅਤੇ ਖੇਤਾਂ ਦੇ, ਸਾਨੂੰ ਮਾਰਨ ਤੋਂ ਬਚਾ ਲਵੋ, ਸਾਡੇ ਖੇਤ ਬਿਰਾਨ ਹੋ ਗਏ ਹਨ, ਹੁਣ ਸਾਨੂੰ ਅਤੇ ਸਾਡੇ ਖੇਤਾਂ ਨੂੰ ਹੀ ਮੁੱਲ ਲੈ ਲਵੋ ਤੇ ਸਾਨੂੰ ਖਾਣ ਲਈ ਭੋਜਨ ਦੇਵੋ, ਅਸੀਂ ਰਾਜਾ ਦੇ ਗੁਲਾਮ ਬਣ ਕੇ ਰਹਾਂਗੇ, ਤੁਸੀਂ ਸਾਨੂੰ ਬੀਜ ਦੇਵੋ ਅਤੇ ਅਸੀਂ ਖੇਤਾਂ ਵਿੱਚ ਬੀਜਾਂਗੇ, ਇਸ ਤਰ੍ਹਾਂ ਖੇਤ ਬਿਰਾਨ ਹੋਣ ਤੋਂ ਬਚ ਜਾਣਗੇ। ਇਸ ਤਰ੍ਹਾਂ ਜੋਸਫ ਨੇ ਮਿਸਰ ਦੇ ਸਾਰੇ ਲੋਕਾਂ ਦੇ ਖੇਤ ਰਾਜੇ ਦੇ ਲਈ ਮੁੱਲ ਲੈ ਲਏ। ਕਾਲ ਇੰਨਾ ਭਿਅੰਕਰ ਸੀ ਕਿ ਹਰ ਮਿਸਰੀ ਨੂੰ ਆਪਣੇ ਖੇਤ ਵੇਚਣੇ ਪਏ, ਜੋ ਹੁਣ ਰਾਜੇ ਦੇ ਹੋ ਗਏ ਸਨ। ਇਸ ਦੇ ਨਾਲ ਜੋਸਫ ਨੇ ਹਰ ਮਿਸਰ ਨਿਵਾਸੀ ਨੂੰ ਰਾਜਾ ਦਾ ਗੁਲਾਮ ਬਣਾ ਦਿੱਤਾ। ਕੇਵਲ ਪੁਰੋਹਿਤ ਲੋਕ ਹੀ ਪਿੱਛੇ ਰਹਿ ਗਏ ਸਨ, ਜਿਨ੍ਹਾਂ ਦੀ ਧਰਤੀ ਜੋਸਫ ਨੇ ਨਹੀਂ ਮੁੱਲ ਲਈ ਸੀ। ਪੁਰੋਹਿਤਾਂ ਨੂੰ ਰਾਜਾ ਦੇ ਭੰਡਾਰ ਵਿੱਚੋਂ ਪਹਿਲਾਂ ਹੀ ਪੱਤੇ ਦੇ ਤੌਰ ਤੇ ਅਨਾਜ ਮਿਲਦਾ ਸੀ। ਜੋਸਫ ਨੇ ਲੋਕਾਂ ਨੂੰ ਕਿਹਾ, ਦੇਖੋ ਹੁਣ ਤੁਸੀਂ ਅਤੇ ਤੁਹਾਡੀ ਧਰਤੀ ਰਾਜਾ ਦੀ ਹੋ ਗਈ ਹੈ, ਇਸ ਲਈ ਤੁਸੀਂ ਇਹ ਬੀਜ ਲਵੋ ਤੇ ਖੇਤਾਂ ਵਿੱਚ ਬੀਜੋ। ਫਸਲ ਪੱਕਣ ਸਮੇਂ ਤੁਸੀਂ 5ਵਾਂ ਹਿੱਸਾ ਰਾਜਾ ਨੂੰ ਦੇਣਾ ਤੇ ਬਾਕੀ 4 ਹਿੱਸੇ ਤੁਸੀਂ ਆਪਣੇ ਅਤੇ ਆਪਣੇ ਟੱਬਰਾਂ ਦੇ ਭੋਜਨ ਲਈ ਰੱਖ ਲੈਣਾ। ਇਹਨਾਂ 4 ਹਿੱਸਿਆਂ ਵਿੱਚੋਂ ਹੀ ਅਗਲੀ ਫਸਲ ਦਾ ਬੀਜ ਰੱਖਣਾ। ਲੋਕਾਂ ਨੇ ਜੋਸਫ ਨੂੰ ਉੱਤਰ ਦਿੱਤਾ, ਤੁਸੀਂ ਸਾਡੀਆਂ ਜਾਨਾਂ ਬਚਾ ਲਈਆਂ ਹਨ, ਹੁਣ ਅਸੀਂ ਰਾਜਾ ਦੇ ਗੁਲਾਮ ਹਾਂ। ਸੋ ਜੋਸਫ ਨੇ ਮਿਸਰ ਵਿੱਚ ਇਹ ਕਾਨੂੰਨ ਲਾਗੂ ਕਰ ਦਿੱਤਾ ਕਿ ਹਰ ਧਰਤੀ ਦੀ ਪੈਦਾਵਾਰ ਦਾ 5ਵਾਂ ਹਿੱਸਾ ਰਾਜਾ ਦਾ ਹੋਵੇਗਾ। ਇਹ ਕਾਨੂੰਨ ਅੱਜ ਤੱਕ ਉੱਥੇ ਲਾਗੂ ਹੈ, ਪਰ ਪੁਰੋਹਿਤਾਂ ਦੀ ਧਰਤੀ ਇਸ ਕਾਨੂੰਨ ਹੇਠ ਨਹੀਂ ਹੈ। ਸੋ 20% ਦਾ ਜਿਹੜਾ ਟੈਕਸ ਆ ਉਹ ਉੱਥੇ ਲਾਗੂ ਕਰ ਦਿੱਤਾ। ਲੇਕਿਨ ਜਿਹੜੀ ਦੇਖਣ ਵਾਲੀ ਚੀਜ਼ ਇਹ ਹੈ ਕਿ ਉਸਨੇ ਸਾਰੇ ਇਲਾਕੇ ਦੇ ਵਿੱਚ, ਕਨਾਨ ਦੇ ਇਲਾਕੇ ਦੇ ਵਿੱਚ, ਔਰ ਦੂਸਰੇ ਪਾਸੇ ਕਨਾਨ ਦਾ ਇਲਾਕਾ ਨਹੀਂ, ਨੂਬੀਆ ਤੱਕ, ਜਿਸਨੂੰ ਅਸੀਂ ਕਹਿੰਦੇ ਹੈਗੇ ਆ ਅਫਰੀਕਾ ਦੇ ਬਹੁਤ ਸਾਰੇ ਜਿਹੜੇ ਉਧਰਲੇ ਇਲਾਕੇ ਆ, ਉੱਥੋਂ ਤੱਕ ਜਿਹੜੇ ਲੋਕਾਂ ਨੇ ਆਪਣਾ ਯੂਸਫ ਦੇ ਕੋਲੋਂ
ਅਨਾਜ ਖਰੀਦਣ ਦੇ ਲਈ ਆਉਂਦੇ ਸੀ। ਸੋ ਉਹ ਜਿਹੜਾ ਅਨਾਜ ਦੇ ਭੰਡਾਰ ਉਸਨੇ ਬਣਾਏ ਸੀਗੇ, ਜਿਸ ਵੇਲੇ ਉਸ ਅਨਾਜ ਵਿਕ ਗਿਆ ਤੇ ਉਹ ਜਿਹੜੇ ਭੰਡਾਰ ਸੀਗੇ ਉਹ ਸੋਨੇ ਚਾਂਦੀ ਨਾਲ ਭਰੇ ਹੋ ਸੀ। ਔਰ ਜਿਹੜਾ ਦੇਸ਼ ਸੀਗਾ ਉਹ ਵੰਡ ਹੋਇਆ ਸੀਗਾ, ਨਿੱਕੇ ਨਿੱਕੇ ਕਈ ਫੈਰੋ ਵਿੱਚ ਤੁਰੇ ਫਿਰਦੇ ਸੀਗੇ। ਔਰ ਉਹ ਜਿਹੜੇ ਛੋਟੇ ਛੋਟੇ ਫੈਰੋ ਸੀਗੇ ਉਹ ਵੱਡੇ ਫੈਰੋ ਦੇ ਥੱਲੇ ਸੀਗੇ, ਲੇਕਿਨ ਕਦੀ ਕੋਈ ਉੱਠ ਪੈਂਦਾ ਸੀ ਤੇ ਕਦੀ ਕੋਈ ਉੱਠ ਪੈਂਦਾ ਸੀ। ਹੁਣ ਉਹਨਾਂ ਦੇ ਕੋਲ ਵੀ ਅਨਾਜ ਹੈ ਨਹੀਂ। ਸੋ ਉਸਨੇ ਕਿਹਾ ਕਿ ਠੀਕ ਆ, ਤੁਹਾਨੂੰ ਅਨਾਜ ਮਿਲੇਗਾ, ਲੇਕਿਨ ਆ ਜਿਹੜੀ ਕਿਹਾ ਕਿ ਆਹ ਧਰਤੀ ਸਾਡੇ ਇਲਾਕੇ ਦੀ ਹੈ ਤੇ ਆਹ ਸਾਡੇ ਇਲਾਕੇ ਦੀ, ਇਹ ਕੰਮ ਖਤਮ। ਇੱਕ ਕੰਟਰੀ ਹੋਏਗਾ ਔਰ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਧਰਤੀ ਆ ਉਹ ਫੈਰੋ ਦੀ ਹੋਏਗੀ, ਉਹ ਰਾਜਾ ਦੀ ਹੋਏਗੀ, ਔਰ ਤੁਸੀਂ ਆਮ ਬੰਦਿਆਂ ਦੇ ਵਾਂਗ ਹੋਵੋਗੇ। ਜਿਹੜੀਆਂ ਜੈਲਦਾਰੀਆਂ ਸੀਗੀਆਂ ਵਿੱਚ ਉਹਨਾਂ ਦੇ ਬਣੀਆਂ, ਉਹ ਉਸਨੇ ਖਤਮ ਕਰ ਦਿੱਤੀਆਂ। ਸੋ ਹੁਣ ਇੱਕ ਹੀ ਫੈਰੋ ਆ, ਇੱਕੋ ਹੀ ਰਾਜਾ ਆ ਜਿਹਦੇ ਕੋਲ ਜਿਸਦਾ ਪੂਰਾ ਅਧਿਕਾਰ ਇਜਿਪਟ ਦੇ ਉੱਤੇ ਹੈ। ਸੋ ਉਸਨੇ ਉਹ ਸਾਰੀ ਚੀਜ਼ ਨੂੰ ਬਦਲ ਕੇ ਰੱਖ ਦਿੱਤਾ। ਇੱਕ ਜਿਹੜੇ ਸਿਰਫ ਉਹਨਾਂ ਦੇ ਦੇਵੀ ਦੇਵਤਿਆਂ ਦੇ ਜਿਹੜੇ ਪੁਜਾਰੀ ਸੀ ਉਹਨਾਂ ਦੀ ਧਰਤੀ ਤੋਂ ਇਲਾਵਾ ਉਸਨੇ ਬਾਕੀ ਦੀ ਸਾਰੀ ਧਰਤੀ ਜਿਹੜੀ ਸੀ ਉਹ ਗਵਰਨਮੈਂਟ ਦੇ ਥੱਲੇ ਲਿਆ। ਔਰ ਰਾਜਾ ਜਿਹੜਾ ਸੀ ਉਸਨੂੰ ਉਸਨੇ ਮੇਨ ਰਾਜਾ ਬਣਾ ਦਿੱਤਾ। ਜਿੰਨਾ ਧਨ ਸੋਨਾ ਚਾਂਦੀ ਜਾਨਵਰ ਕਨਾਨ ਤੋਂ ਲੈ ਕੇ ਨੂਬੀਆ ਤੱਕ ਉਹ ਸਾਰੀ ਰਾਜਾ ਦੇ ਖਜ਼ਾਨਿਆਂ ਦੇ ਵਿੱਚ ਆ ਗਏ। ਪਰ ਇਹ ਸਾਰੇ ਸਮੇਂ ਦੇ ਵਿੱਚ ਉਸਦੇ ਆਪਣੇ ਭੈਣ ਭਰਾ ਜਿਹੜੇ ਉਹ ਮਰਦੇ ਪਏ, ਉਹਨਾਂ ਨੂੰ ਧਰਤੀ ਮਿਲੀ, ਉਹਨਾਂ ਦੀ ਧਰਤੀ ਰਾਜਾ ਨੂੰ ਮਿਲ ਦਿੱਤੀ, ਉਹਨਾਂ ਦੀ ਧਰਤੀ ਉਸਨੇ ਰਾਜੇ ਨੂੰ ਮਿਲ ਦਿੱਤੀ। ਕਿਆ ਦੇਖੋ ਵਿਡੰਬਨਾ, ਕਿਆ ਵੱਡੀ ਚੀਜ਼ ਜਿਹੜੀ ਅਸੀਂ ਪ੍ਰਭੂ ਦੀ ਇੱਥੇ ਦੇਖਦੇ ਪਏ। ਔਰ ਉਹ ਧਨ ਜਿਸ ਦੇ ਨਾਲ ਅੱਜ ਵੀ ਸਿਰਫ 10% ਚੀਜ਼ਾਂ ਡਿਸਕਵਰ ਹੋਈਆਂ ਇਜਿਪਟ ਚੋਂ, ਹਾਲੇ ਇਜਿਪਟ ਸਾਰਾ ਡਿਸਕਵਰ ਨਹੀਂ ਹੋਇਆ। ਔਰ ਜਿੱਦਾਂ ਹੀ ਉਹ ਨਵੀਆਂ ਚੀਜ਼ਾਂ ਖੋਲਦੇ ਆ, ਨਵੀਆਂ ਕੰਧਾਂ ਪੱਟਦੇ ਆ, ਅੰਦਰ ਜਾਂਦੇ ਆ, ਉਹਦੇ ਤੋਂ ਵੀ ਵੱਡੀ ਚੀਜ਼, ਉਹਦੇ ਤੋਂ ਵੀ ਸੋਹਣੀ ਚੀਜ਼ ਰਾਮਸੇਸ ਤੋਂ ਲੈ ਕੇ ਕਲੀਓਪੈਟਰਾ ਤੱਕ ਜਿਹੜੀ ਆਖਰੀ ਰਾਣੀ ਸੀ ਇਜਿਪਟ ਦੀ, ਹਾਲ ਤੱਕ ਕਲੀਓਪੈਟਰਾ ਦਾ ਜਿਹੜਾ ਟੂਮ ਆ ਉਹ ਨਹੀਂ ਮਿਲਿਆ, ਕਲੀਓਪੈਟਰਾ ਦਾ ਖਜ਼ਾਨਾ ਨਹੀਂ ਮਿਲਿਆ। I mean, it's just amazing. It's amazing. ਔਰ ਇਹ ਸਭ ਦੇ ਸਭ ਕਰਨ ਵਾਲਾ ਜਿਹੜਾ ਉਹ ਯੂਸਫ ਆ। ਅਗਰ ਯੂਸਫ ਧਰਤੀ ਤੇ ਇੰਨਾ ਕੁਛ ਪ੍ਰਭੂ ਉਹਦੇ ਰਾਹੀਂ ਕਰਾ ਸਕਦਾ, ਆਪਣੇ ਪੁੱਤਰ ਦੇ ਰਾਹੀਂ ਕੀ ਕਰਾ ਸਕਦਾ, ਕੀ ਕੁਛ ਉਹ ਕਰਾ ਸਕਦਾ। That's amazing. ਸੋ ਉਹਨਾਂ ਦੇ ਵਿੱਚੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਕੱਲ ਨੂੰ ਦੇਖਾਂਗੇ। ਔਰ ਅੱਜ ਅਸੀਂ ਇੰਨਾ ਡਾਕੂਮੈਂਟਰੀਜ਼ ਨਹੀਂ ਦੇਖ ਸਕੇ, ਕੱਲ ਨੂੰ ਡਾਕੂਮੈਂਟਰੀਜ਼ ਬਹੁਤ ਦੇਖਾਂਗੇ। ਕੱਲ ਨੂੰ ਅਸੀਂ ਬਹੁਤ ਸਾਰੀਆਂ ਇਜਿਪਟ ਦੇ ਵਿੱਚ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਆ, ਜਿਨ੍ਹਾਂ ਦੇ ਉੱਤੇ ਤੁਸੀਂ ਕਹਿ ਸਕਦੇ ਆ ਕਿ ਇਜ਼ਰਾਈਲੀਆਂ ਦੇ ਹੱਥਾਂ ਦੇ ਬਣੀਆਂ ਜਿਹੜੀਆਂ ਚੀਜ਼ਾਂ ਆ, ਕੱਲ ਨੂੰ ਅਸੀਂ ਉਹ ਦੇਖਾਂਗੇ। ਔਰ ਉਹਦੇ ਵਿੱਚ ਦੀ ਗੁਜ਼ਰਾਂਗੇ। ਔਰ ਉਸ ਤੋਂ ਬਾਅਦ ਅਸੀਂ ਨਾਲ ਅਸੀਂ ਇਸ ਖਾਨਦਾਨ ਦੇ ਨਾਲ ਉੱਥੇ ਕੀ ਹੋ ਰਿਹਾ ਉਹਨਾਂ ਨੂੰ। ਪ੍ਰਭੂ ਜੀ, ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਸਾਡਾ ਮਹਾਨ ਪਰਮੇਸ਼ਰ। ਖੁਦਾਵੰਦ ਇੱਕ ਆਜੜੀ ਬੱਚਾ ਤੂੰ ਚੁੱਕ ਕੇ ਉਸਨੂੰ ਕੀ ਬਣਾ ਦਿੱਤਾ, ਔਰ ਕਿਸ ਤਰ੍ਹਾਂ ਖੁਦਾਵੰਦ ਉਹ ਸਭ ਦੇ ਲਈ ਬਰਕਤ ਦਾ ਕਾਰਨ। ਤੁਸੀਂ ਸਾਡੀ ਜ਼ਿੰਦਗੀਆਂ ਨੂੰ ਬਚਾ ਲਿਆ, ਅਸੀਂ ਹੁਣ ਤੁਹਾਡੇ ਗੁਲਾਮ ਬਣ ਕੇ ਵਾਹ ਪ੍ਰਭੂ ਜੀ। ਪਰ ਤੂੰ ਸਾਨੂੰ ਆਪਣੇ ਗੁਲਾਮ ਨਹੀਂ ਬਣਾਇਆ, ਤੂੰ ਸਾਨੂੰ ਆਪਣੇ ਬੱਚੇ ਬਣਾਇਆ।
प्यारे यसू तू सानू अपने भरा बनाया, मित्र बनाया, साडा दर्जा बहुत उच्चा तू रखिया प्रभु जी। और अज भी दुनिया के विच बहुत सारे लोग आ जिहड़े तेरे गुलाम बनन नूं तैयार आ, बस मुक्ति मिल जाए। मुक्ति मिल जाए प्रभु जी। इस इन्नी बड़ी विपता दे विच ओह कुंभ ना रहे कि मोक्ष मिल जाएगा, पर मौत लैके गए, अपनी नहीं बहुतियां दी मौत। जिस जिस पिंड दे विच वापस गए प्रभु जी, मौत लैके गए, मोक्ष नहीं मिला। पर कितनी अजीब चीज है प्रभु जी, सानू तेरी मौत दे विचों मोक्ष मिलिया। असी तेरा शुक्र कर, हुण तो लैके असी जद तक दोबारा मिलिए, तेरी दया, तेरा रहम, तेरा प्यार साडे सब दे नाल बनिया रहे। बुरे और बुराई तो सानू बचा के रखी, अपनी नजदीकी दे विच बना के रखी। तेरा रहम, तेरी दया, तेरा प्यार, तेरी हत्थां दी बाड़ साडे नाल चलदी रहे। पर सब तो ज्यादा प्रभु जी साडे अंदर तेरी हजूरी, पवित्र आत्मा दी हजूरी और तेरा साथ साडे नाल नाल चलदा रहे। मसीह यसू दे मिठे और प्यारे नाम च सारे प्यारे ब्लेस यू। कल नूं सेम टाइम मिलांगे और कल नूं असीं प्रभु दे वचन दे विचों बहुत सारियां चीज़ां देखांगे। हुण जिद्दां जिद्दां असीं अगे वधदे जाना, उदों तां असीं ज़्यादा चीज़ां नूं देखदे जाना, इतिहासिक चीज़ां। ब्लेस यू।